ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਗੁਰੂ ਮਹਾਰਾਜ ਮੇਰ ਕਰਨ, ਸਾਰੇ ਚੜ੍ਹਦੀ ਕਲਾ 'ਚ ਰਹੋ ਜੀ। ਆਪਾਂ ਅਕਸਰ ਅਲੱਗ-ਅਲੱਗ ਮੈਟਰਸ ਤੇ ਜੋ ਹੈ ਉਹ ਵੀਡੀਓ ਬਣਾਉਂਦੇ ਰਹਿੰਦੇ ਆ। ਅਲੱਗ-ਅਲੱਗ ਜੋ ਤੁਸੀਂ ਕੁਐਸਚਨ ਪੁੱਛਦੇ ਹੋ ਉਹਦੇ ਤੇ ਵੀਡੀਓਜ਼ ਆਪਾਂ ਬਣਾਉਂਦੇ ਆ, ਔਰ ਜੋ ਕੈਨੇਡਾ ਦੇ ਬਾਰੇ ਜਾਣਕਾਰੀ ਹੁੰਦੀ ਹੈ, ਰॉ ਇਨਫੋਰਮੇਸ਼ਨ ਜਿਹੜੀ ਹੁੰਦੀ ਹੈ ਉਹ ਆਪ ਜੀ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ। ਸੋ ਡਰਾਈਵਰਸ ਦੇ ਬਾਰੇ ਆਪਣੇ ਜਿਹੜੇ ਵੀਡੀਓਜ਼ ਹੁੰਦੇ ਨੇ ਜ਼ਿਆਦਾਤਰ ਹੁੰਦੇ ਨੇ, ਲੇਕਿਨ ਅਕਸਰ ਜਿਹੜੇ ਪੰਜਾਬ ਤੋਂ ਵੀਰ ਗਲਫ ਕੰਟਰੀਆਂ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦਾ ਇੱਕ ਬਹੁਤ ਵੱਡਾ ਜੋ ਰੇਸ਼ੋ ਹੈ ਉਹ ਸਾਡੇ ਵੀਰ ਉਹ ਨੇ ਜੋ ਐਜ਼ ਏ ਓਪਰੇਟਰ ਕੰਮ ਕਰਦੇ ਨੇ। ਕਈਆਂ ਨੂੰ ਤਾਂ ਸ਼ਾਇਦ ਇਹ ਵੀ ਨਹੀਂ ਪਤਾ ਕਿ ਓਪਰੇਟਰ ਕੀ ਹੁੰਦਾ। ਸੋ ਓਪਰੇਟਰ ਉਹ ਲੋਕ ਹੁੰਦੇ ਨੇ ਜੋ ਇੱਕ ਪਲਾਂਟ ਚਲਾਉਂਦੇ ਹੈ, ਜੋ ਅਰਥ ਮੂਵਿੰਗ ਪਲਾਂਟ ਚਲਾਉਂਦੇ ਆ, ਜਿੱਦਾਂ JCB ਹੋ ਗਈ ਜਾਂ ਬੁਲਡੋਜ਼ਰ ਹੋ ਗਿਆ, ਮੋਟਰ ਗ੍ਰੇਡਰ ਹੋ ਗਿਆ, ਸਾਈਡ ਬੂਮ ਹੋ ਗਿਆ, ਕ੍ਰੇਨ ਓਪਰੇਟਰ ਹੋ ਗਿਆ। ਸੋ ਹੋਰ ਜਿੰਨੇ ਵੀ ਟਾਈਪ ਦੇ ਅਰਥ ਮੂਵਿੰਗ ਪਲਾਂਟ ਹੁੰਦੇ ਆ ਜਾਂ ਕ੍ਰੇਨ ਹੁੰਦੀਆਂ ਨੇ, ਚਾਹੇ ਉਹ ਟਾਵਰ ਕ੍ਰੇਨ ਹੋਵੇ, ਚਾਹੇ ਬੂਮ ਕ੍ਰੇਨ ਹੋਵੇ। ਸੋ ਕ੍ਰੇਨਾਂ ਦੀ ਬਹੁਤ ਟਾਈਪ ਨੇ, ਔਰ ਸਾਡੇ ਜਿਹੜੇ ਗਰੁੱਪ ਦੇ ਵੀਰ ਵੀ ਨੇ ਉਹ ਵੀ ਬਹੁਤ ਭਾਰੀਆਂ ਬਹੁਤ ਮਤਲਬ ਸੈਂਕੜੋਂ ਟਨ ਦੀਆਂ ਜਿਹੜੀਆਂ ਕ੍ਰੇਨਾਂ ਨੇ ਉਹ ਚਲਾਉਂਦੇ ਨੇ, ਔਰ ਕਾਫੀ ਲੰਬੇ ਅਰਸੇ ਤੋਂ ਚਲਾ ਰਹੇ ਨੇ। ਔਰ ਮੈਂ ਖੁਦ ਓਮਾਨ ਦੇ ਵਿੱਚ ਇਹ ਚੀਜ਼ ਨੋਟ ਕੀਤੀ ਸੀ ਕਿ ਕ੍ਰੇਨ ਜੋ ਇੰਡਸਟਰੀ ਹੈ ਜਿਹਦੇ ਵਿੱਚ ਆਪਾਂ ਕ੍ਰੇਨ ਵਗੈਰਾ ਚਲਾਉਂਦੇ ਆ, ਚਾਹੇ ਉਹ ਟਾਵਰ ਕ੍ਰੇਨ ਹੈ, ਆਪਣਾ ਬੂਮ ਕ੍ਰੇਨ ਹੈ, ਜਾਂ ਜਿਹੜੀਆਂ ਕਨਵੈਨਸ਼ਨਲ ਆਪਣੀਆਂ ਜੋ ਕ੍ਰੇਨਾਂ ਹੁੰਦੀਆਂ ਨੇ, ਉਹਦੇ ਵਿੱਚ ਸਾਡੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਔਰ ਬਹੁਤ ਵੱਡੀ ਜੋ ਸੰਖਿਆ ਹੈ ਉਹ ਸਾਡੇ ਪੰਜਾਬੀਆਂ ਦੀ ਹੈ ਅਰਬ ਕੰਟਰੀਆਂ ਦੇ ਵਿੱਚ, ਜੋ ਕਿ ਕ੍ਰੇਨ ਚਲਾਉਂਦੇ ਤਾਂ ਸਾਰੇ ਨੇ, ਬਟ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇੱਕ ਬਹੁਤ ਜ਼ਿਆਦਾ ਸੰਖਿਆ ਹੈ, ਬਹੁਤ ਤਾਦਾਦ ਹੈ ਸਾਡੇ ਪੰਜਾਬੀਆਂ ਦੀ ਜੋ ਕਿ ਕ੍ਰੇਨ ਚਲਾਉਂਦੇ ਹੈ ਜਾਂ ਬਾਕੀ ਅਰਥ ਮੂਵਿੰਗ ਪਲਾਂਟ ਚਲਾਉਂਦੇ ਹੈ। ਕਿਉਂਕਿ ਅਰਬ ਦੇ ਵਿੱਚ ਜੋ ਹੈ ਕਾਫੀ ਕੰਸਟਰਕਸ਼ਨ ਦਾ ਕੰਮ ਹੁੰਦਾ ਹੈ, ਔਰ ਲੱਖਾਂ ਲੋਕ ਜੋ ਨੇ ਉਹ ਇੰਡੀਆ ਦੇ ਉੱਥੇ ਅਲੱਗ-ਅਲੱਗ ਕੰਸਟਰਕਸ਼ਨ ਫੀਲਡ ਦੇ ਵਿੱਚ, ਚਾਹੇ ਉਹ ਪੈਟਰੋਕੈਮੀਕਲ ਹੋਵੇ, ਚਾਹੇ ਰੋਡ ਕੰਸਟਰਕਸ਼ਨ ਹੋਵੇ ਜਾਂ ਪਾਈਪਲਾਈਨ ਹੋਵੇ। ਮੋਸਟਲੀ ਰੋਡ ਕੰਸਟਰਕਸ਼ਨ ਔਰ ਪਾਈਪਲਾਈਨ ਦੇ ਵਿੱਚ ਆਪਣੇ ਜ਼ਿਆਦਾਤਰ ਲੋਕ ਕੰਮ ਕਰਦੇ ਨੇ, ਜਾਂ ਇਰੈਕਸ਼ਨ ਦਾ ਕੰਮ ਕਰਦੇ ਨੇ, ਜਿੱਥੇ ਸ਼ੈੱਡ ਵਗੈਰਾ ਬਣਾਏ ਜਾਂਦੇ ਨੇ, ਗੋਦਾਮ ਬਣਾਏ ਜਾਂਦੇ ਨੇ ਵੱਡੇ ਔਰ ਵੱਡੀ ਬਿਲਡਿੰਗਸ ਬਣਦੀਆਂ ਨੇ। ਉਹਨਾਂ ਦੀ ਇਰੈਕਸ਼ਨ ਜੋ ਹੈ, ਫੈਬਰੀਕੇਸ਼ਨ ਜੋ ਹੈ, ਉਹ ਸਾਡੇ ਪੰਜਾਬੀ ਬਹੁਤ ਕਰਦੇ ਨੇ, ਔਰ ਸਾਡੇ ਇੰਡੀਅਨ ਕਾਫੀ ਸਾਡੇ ਜਿਹੜੇ ਵੀਰ ਨੇ ਉਹ ਇਹ ਕੰਮ ਕਰਦੇ ਆ। ਸੋ ਅੱਜ ਦਾ ਇਹ ਵੀਡੀਓ ਬਣਾਉਣ ਦੀ ਜ਼ਰੂਰਤ ਇਸ ਕਰਕੇ ਪਈ ਕਿਉਂਕਿ ਆਪਾਂ ਜ਼ਿਆਦਾਤਰ ਵੀਡੀਓ ਜੋ ਹੈ ਉਹ ਟਰੱਕ ਡਰਾਈਵਰ ਤੇ ਬਣਾਉਂਦੇ ਆ। ਟਰੱਕਿੰਗ ਦੇ ਵਿੱਚ ਤੁਸੀਂ ਕਿੱਦਾਂ ਆ ਸਕਦੇ ਹੋ, ਇੱਥੇ ਆ ਕੇ ਕਿੱਦਾਂ ਸੈਟਲ ਹੋ ਸਕਦੇ ਹੋ, ਉਹਦੇ ਉੱਪਰ ਬਣਾਉਂਦੇ ਆ। ਬਟ ਕ੍ਰੇਨ ਓਪਰੇਟਰ ਜਿਹੜੇ ਸਾਡੇ ਵੀਰ ਨੇ ਉਹ ਵੀ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਨੇ, ਔਰ ਜਿਹੜੇ ਓਪਰੇਟਰ ਵੀਰ ਨੇ ਜਿਹੜੇ ਅਰਥ ਮੂਵਿੰਗ ਪਲਾਂਟ ਚਲਾਉਂਦੇ ਨੇ, ਜਿੱਦਾਂ ਮੈਂ ਪਹਿਲਾਂ ਦੱਸਿਆ, ਮੋਟਰ ਗ੍ਰੇਡਰ, JCB, ਬੁਲਡੋਜ਼ਰ, ਵੀਲ ਡੋਜ਼ਰ, ਹੋਰ ਜਿਹੜੇ ਅਲੱਗ-ਅਲੱਗ ਇਕਵਿਪਮੈਂਟਸ ਹੁੰਦੇ ਨੇ, ਐਕਸਾਵੇਟਰ ਓਪਰੇਟਰ, ਮੈਂ ਸੌਰੀ ਭੁੱਲ ਗਿਆ। ਸਭ ਤੋਂ ਜ਼ਿਆਦਾ ਜਿਹੜੀ ਸੰਖਿਆ ਹੈ ਪੰਜਾਬੀਆਂ ਦੀ ਉਹ ਐਕਸਾਵੇਟਰ ਓਪਰੇਟਰ ਦੀ ਹੈ, ਜਿਹਨੂੰ ਪੋਕਲੈਂਡ ਕਹਿੰਦੇ ਆ, ਲੇਕਿਨ ਪੋਕਲੈਂਡ ਇਜ਼ ਅ ਬ੍ਰਾਂਡ, ਬਟ ਉਹਨੂੰ ਆਪਾਂ ਐਕਸਾਵੇਟਰ ਕਹਿੰਦੇ ਆ। ਸੋ ਐਕਸਾਵੇਟਰ ਦੇ ਬਹੁਤ ਜ਼ਿਆਦਾ ਸੰਖਿਆ, ਸਪੈਸ਼ਲੀ ਅਨੰਦਪੁਰ। ਇਹ ਵੀਰ ਜ਼ਰੂਰ ਮੇਰਾ ਕੋਈ ਨਾ ਕੋਈ ਵੀਡੀਓ ਦੇਖ ਰਿਹਾ ਹੋਏਗਾ। ਸਟਾਰਟਿੰਗ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਇੰਡੀਆ ਦੇ ਸਟੇਟ ਦੇ ਵਿੱਚ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਕੀਰਤਪੁਰ ਸਾਹਿਬ ਔਰ ਅਨੰਦਪੁਰ ਸਾਹਿਬ ਦੇ ਵੀਰ ਸਭ ਤੋਂ ਜ਼ਿਆਦਾ ਮਿਲਦੇ ਨੇ ਪੂਰੀ ਦੁਨੀਆ ਦੇ ਵਿੱਚ, ਪੂਰੇ ਗਲਫ ਦੇ ਵਿੱਚ, ਪੂਰੇ ਇੰਡੀਆ ਦੇ ਵਿੱਚ, ਜੋ ਕਿ ਐਕਸਾਵੇਟਰ ਚਲਾਉਂਦੇ ਤੁਹਾਨੂੰ, ਜਿਹਨੂੰ ਤੁਸੀਂ ਪੋਕਲਾਈਨ ਕਹਿੰਦੇ ਹੋ, ਉਹ ਐਕਸਾਵੇਟਰ ਚਲਾਉਂਦੇ ਤੁਹਾਨੂੰ ਮਿਲਣਗੇ। ਅੱਜ ਦੀ ਡੇਟ 'ਚ ਵੀ ਬਹੁਤ ਜ਼ਿਆਦਾ ਤਾਦਾਦ ਸੰਖਿਆ ਜਿਹੜੀ ਹੈ ਉਹ ਨੰਗਲ, ਅਨੰਦਪੁਰ ਸਾਹਿਬ ਔਰ ਕੀਰਤਪੁਰ ਸਾਹਿਬ ਦੇ ਜਿਹੜੇ ਸਾਡੇ ਵੀਰ ਨੇ ਉਹਨਾਂ ਦੀ ਹੈ, ਜੋ ਕਿ ਐਕਸਾਵੇਟਰ ਓਪਰੇਟਰ ਨੇ, ਔਰ ਬਹੁਤ ਲੰਬੇ ਅਰਸੇ ਤੋਂ ਨੇ, ਔਰ ਕਈਆਂ ਦੀ ਤਾਂ ਦੂਸਰੀ ਤੀਸਰੀ ਨਸਲ ਹੈ ਜਿਹੜੇ ਕਿ ਐਕਸਾਵੇਟਰ ਓਪਰੇਟਰ ਨੇ। ਕਿਉਂਕਿ ਸਟਾਰਟਿੰਗ ਦੇ ਵਿੱਚ ਜਿਸ ਟਾਈਮ ਡੈਮ ਵਗੈਰਾ ਦਾ ਕੰਮ ਸ਼ੁਰੂ ਹੋਇਆ ਉਸ ਟਾਈਮ ਇਹ ਲੋਕ ਜਿਹੜੇ ਨੇ ਸਾਡੇ ਵੀਰ ਨੇ ਇਹਨਾਂ ਨੇ ਸਿੱਖੀਆਂ ਨੇ ਇਹ ਚੀਜ਼ਾਂ, ਔਰ ਉਹ ਅੱਗੇ ਤੋਂ ਅੱਗੇ ਅੱਜ ਤੱਕ ਚਲਦੀਆਂ ਆ ਰਹੀਆਂ। ਸੋ ਬਹੁਤ ਜ਼ਿਆਦਾ ਵੀਰਾਂ ਦੇ ਮੈਸੇजेस ਆਉਂਦੇ ਨੇ ਕਿ ਤੁਸੀਂ ਹਮੇਸ਼ਾ ਟਰੈਕਿੰਗ ਦੇ ਬਾਰੇ ਦੱਸਦੇ ਹੋ ਕਿ ਟਰੈਕਿੰਗ ਤੇ ਇੱਦਾਂ ਹੈ, ਇੱਥੇ ਆਉਣ ਦਾ ਕੀ ਤਰੀਕਾ ਹੈ, ਕੀ ਚੀਜ਼ਾਂ ਚਾਹੀਦੀਆਂ ਨੇ, ਲੇਕਿਨ ਤੁਸੀਂ ਓਪਰੇਟਰ ਦਾ ਕਿਉਂ ਨਹੀਂ ਦੱਸਦੇ। ਸੋ ਅੱਜ ਦਾ ਇਹ ਵੀਡੀਓ ਖਾਸ ਕਰਕੇ ਓਪਰੇਟਰ ਵਾਸਤੇ ਹੈ, ਪੰਜਾਬੀ ਵਿੱਚ ਹੈ ਸਾਰਾ ਹੀ। ਆਪਾਂ 2-3 ਵੀਡੀਓ ਲਾਸਟ ਵਾਲੇ ਹਿੰਦੀ 'ਚ ਬਣਾਈ ਸੀ। ਕਈ ਵੀਰਾਂ ਨੇ ਮੈਨੂੰ ਕਿਹਾ ਕਿ ਭਾਈ ਤੁਸੀਂ ਹਿੰਦੀ 'ਚ ਬਣਾਉਣ ਲੱਗ ਗਏ ਹੋ, ਲੇਕਿਨ ਇਹ ਹੈ ਕਿ ਰੀਸੈਂਟਲੀ ਕਾਫੀ ਲੋਕ ਸਾਡੇ ਨਾਲ ਜੁੜੇ ਜੋ ਕਿ ਅਲੱਗ-ਅਲੱਗ ਸਟੇਟਸ ਤੋਂ ਨੇ, ਜਿਨ੍ਹਾਂ ਨੂੰ ਹਿੰਦੀ ਨਾਰਮਲੀ ਆਉਂਦੀ ਹੈ ਥੋੜ੍ਹੀ ਬਹੁਤ, ਇਸ ਕਰਕੇ ਕੁਝ ਵੀਡੀਓ ਉਹਨਾਂ ਵਾਸਤੇ ਬਣਾਏ ਸੀਗੇ। ਸੋ ਜਿਹੜੇ ਵੀਰ ਬਾਰ-ਬਾਰ ਪੁੱਛਦੇ ਨੇ ਕਿ ਐਜ਼ ਏ ਓਪਰੇਟਰ ਅਸੀਂ ਕਿੱਦਾਂ ਆ ਸਕਦੇ ਹਾਂ,
ਸੋ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਕਿ ਅਗਰ ਮੈਂ ਤੁਹਾਨੂੰ ਆਪਣਾ ਦੱਸਾਂ ਤਾਂ ਮੈਂ ਵੀ ਇੱਕ ਆਪਰੇਟਰ ਹੀ ਸੀਗਾ। ਮੈਂ ਆਪਣੀ ਜੋ ਲਾਈਫ ਦੀ ਜਰਨੀ ਹੈ ਉਹ 1999 ਦੇ ਵਿੱਚ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ ਪੂਨਾ ਤੋਂ ਐਜ਼ ਏ ਆਪਰੇਟਰ ਹੀ ਆਪਾਂ ਉੱਥੇ ਟ੍ਰੇਨਿੰਗ ਲਈ ਸੀਗੀ। ਔਰ ਉਹ ਅੱਜ ਵੀ ਸ਼ਾਇਦ ਜਿੱਥੇ ਤੱਕ ਮੈਨੂੰ ਲੱਗਦਾ ਕੋਰਸ ਚਾਲੂ ਹੈ। ਉਹਦੇ ਵਿੱਚ ਅਗਰ ਤੁਹਾਡੇ ਫਾਦਰ ਜਾਂ ਤੁਹਾਡੇ ਬ੍ਰਦਰ ਹਾਜ਼ਰ ਆਰਮੀ ਦੇ ਵਿੱਚ ਡਿਊਟੀ 'ਤੇ ਹੈਗੇ ਨੇ ਤੇ ਤੁਸੀਂ ਉਹ ਕੋਰਸ ਫ੍ਰੀ ਆਫ ਕੋਸਟ ਕਰ ਸਕਦੇ ਹੋ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ ਪੂਨਾ ਤੋਂ। ਤੇ ਮੈਂ 1999 ਦੇ ਵਿੱਚ ਕੀਤਾ ਸੀਗਾ। ਇਟ ਵਾਜ਼ 33rd ਕਲਾਸ, 33ਵੀਂ ਕਲਾਸ ਉਦੋਂ ਚੱਲਦੀ ਸੀਗੀ। ਕੁਝ ਟਾਈਮ ਮੈਂ ਕਲਾਸ ਸੀਨੀਅਰ ਵੀ ਰਿਹਾ, ਕਈ ਜਿਹੜੇ ਮੇਰੇ ਵੀਰ ਨੇ ਜਾਣਦੇ ਹੋਣਗੇ। ਸੋ ਮੇਰੀ ਜੋ ਸਟਾਰਟਿੰਗ ਹੈ ਉਹ ਵੀ ਇੱਕ ਗ੍ਰੇਡਰ ਆਪਰੇਟਰ ਤੋਂ ਰਹੀ ਹੈ। ਹਾਲਾਂਕਿ ਕਾਲਜ ਆਫ ਮਿਲਟਰੀ ਇੰਜੀਨੀਅਰਿੰਗ ਪੂਨਾ ਤੋਂ ਉੱਥੇ ਸਾਰਾ ਕੁਝ ਸਿਖਾਇਆ ਜਾਂਦਾ, JCB ਸਿਖਾਈ ਜਾਂਦੀ ਹੈ, ਵੀਲ ਡੋਜ਼ਰ ਸਿਖਾਇਆ ਜਾਂਦਾ, ਡੋਜ਼ਰ ਚਲਾਉਣਾ ਸਿਖਾਇਆ ਜਾਂਦਾ ਔਰ ਮੋਟਰ ਗ੍ਰੇਡਰ ਸਿਖਾਉਣਾ ਜੋ ਹੈ ਉਹ ਚਲਾਇਆ ਜੋ ਹੈ ਸਿਖਾਇਆ ਜਾਂਦਾ ਹੈ। ਸੋ ਸਾਡੀ ਜੋ ਸਟਾਰਟਿੰਗ ਹੈ ਉਹ ਵੀ ਗ੍ਰੇਡਰ ਆਪਰੇਟਰ ਦੇ ਤੌਰ 'ਤੇ ਰਹੀ ਔਰ ਇੰਡੀਆ ਦੇ ਕਈ ਸਟੇਟਾਂ ਦੇ ਵਿੱਚ ਆਪਾਂ ਐਜ਼ ਏ ਗ੍ਰੇਡਰ ਆਪਰੇਟਰ ਹੀ ਕੰਮ ਕੀਤਾ। ਦਿੱਲੀ ਦੇ ਵਿੱਚ ਕੀਤਾ ਹੈ, ਹਰਿਆਣਾ ਦੇ ਵਿੱਚ ਕੀਤਾ ਹੈ, ਪੰਜਾਬ ਦੇ ਵਿੱਚ ਕੀਤਾ ਹੈ ਔਰ ਮਹਾਰਾਸ਼ਟਰ ਦੇ ਵਿੱਚ, ਆਂਧਰਾ ਦੇ ਵਿੱਚ, ਕਰਨਾਟਕਾ ਦੇ ਵਿੱਚ, ਛੱਤੀਸਗੜ੍ਹ ਦੇ ਵਿੱਚ। ਸੋ ਕੋਲਾਪੁਰ ਬੈਲਗਾਮ ਹਾਈਵੇ, ਉਸ ਤੋਂ ਬਾਅਦ ਧਾਰਵਾੜ ਕਰਨਾਟਕਾ ਦੇ ਵਿੱਚ ਹੁਬਲੀ ਧਾਰਵਾੜ ਬਾਈਪਾਸ ਔਰ ਅੰਬਾਲਾ ਚੰਡੀਗੜ੍ਹ ਹਾਈਵੇ, ਦਿੱਲੀ ਮੈਟਰੋ। ਉਸ ਤੋਂ ਇਲਾਵਾ ਹੋਰ ਕਈ ਜਿਹੜੇ ਪ੍ਰੋਜੈਕਟਸ ਨੇ ਉਹ, ਕਿਉਂਕਿ ਕਾਫੀ ਲੰਬਾ ਟਾਈਮ ਗ੍ਰੇਡਰ ਐਜ਼ ਏ ਗ੍ਰੇਡਰ ਆਪਰੇਟਰ ਕੰਮ ਕੀਤਾ ਔਰ ਕਈ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਵੀ ਕੰਮ ਕੀਤਾ। ਲੀਬੀਆ ਦੇ ਵਿੱਚ ਕੰਮ ਕੀਤਾ, ਓਮਾਨ ਦੇ ਵਿੱਚ ਐਜ਼ ਏ ਗ੍ਰੇਡਰ ਆਪਰੇਟਰ ਕੰਮ ਕੀਤਾ। ਸੋ ਗ੍ਰੇਡਰ ਆਪਰੇਟਰ 8-10 ਸਾਲ ਜੋ ਹੈ ਮੈਂ ਖੁਦ ਗ੍ਰੇਡਰ ਚਲਾਇਆ ਔਰ 2000 ਦੇ ਲਾਗੇ ਤਾਗੇ ਜਦੋਂ ਮੈਂ ਪਹਿਲੀ ਵਾਰ ਅਪਲਾਈ ਕੀਤਾ ਉਦੋਂ ਵੀ ਜੋ ਹੈ ਆਪਾਂ ਗ੍ਰੇਡਰ ਆਪਰੇਟਰ ਵਾਸਤੇ ਹੀ ਅਪਲਾਈ ਕੀਤਾ ਸੀਗਾ 1998-99 ਦੇ ਵਿੱਚ ਸ਼ਾਇਦ। ਸੋ ਜਦੋਂ ਪਹਿਲੀ ਵਾਰ ਆਪਾਂ ਗ੍ਰੇਡਰ ਆਪਰੇਟਰ ਦੇ ਤੌਰ 'ਤੇ ਅਪਲਾਈ ਕੀਤਾ ਉਦੋਂ ਵੀ ਕੰਮ ਨਹੀਂ ਸੀ ਹੋਇਆ ਔਰ ਉਹਦੇ ਬਾਅਦ 1-2 ਵਾਰ ਹੋਰ ਆਪਾਂ ਕੈਨੇਡਾ ਵਾਸਤੇ ਐਜ਼ ਏ ਗ੍ਰੇਡਰ ਆਪਰੇਟਰ, ਐਜ਼ ਏ ਹੈਵੀ ਅਰਥ ਮੂਵਿੰਗ ਪਲਾਂਟ ਆਪਰੇਟਰ ਹੀ ਟਰਾਈ ਕੀਤਾ ਸੀਗਾ, ਨਹੀਂ ਸੀ ਕੰਮ ਹੋਇਆ। ਉਸ ਤੋਂ ਬਾਅਦ ਫਿਰ ਲਾਈਨ ਚੇਂਜ ਕੀਤੀ ਜਦੋਂ ਮੈਂ ਸਿੰਗਾਪੁਰ ਗਿਆ। ਉਸ ਤੋਂ ਬਾਅਦ ਫਿਰ ਲਾਈਨ ਚੇਂਜ ਕਰਕੇ ਬੀਇੰਗ ਅ ਟਰੱਕਰ ਆਪਾਂ ਵੀਜ਼ਾ ਲਿਆ ਔਰ ਫਿਰ ਆਪਣਾ ਐਕਸਪੀਰੀਅੰਸ ਗੇਨ ਕੀਤਾ ਔਰ ਫਿਰ ਬਾਅਦ 'ਚੋਂ ਫਾਈਲ ਲਗਾਈ। ਸੋ ਕੈਨੇਡਾ ਦੇ ਵਿੱਚ ਕੱਲ੍ਹ ਪਰਸੋਂ ਮੈਨੂੰ 7 ਸਾਲ ਕੰਪਲੀਟ ਹੋ ਗਏ ਨੇ। 8ਵਾਂ ਸਾਲ ਜੋ ਹੈ ਮੇਰਾ ਸ਼ੁਰੂ ਹੋਇਆ ਔਰ ਇਹਨਾਂ 7-8 ਸਾਲਾਂ ਦੇ ਵਿੱਚ ਮੈਂ ਇੱਕ ਵੀ ਆਪਰੇਟਰ, ਚਾਹੇ ਉਹ ਕਿਸੇ ਵੀ ਚੀਜ਼ ਦਾ ਹੋਵੇ, ਚਾਹੇ ਐਕਸਾਵੇਟਰ ਦਾ, JCB ਦਾ, ਬੁਲਡੋਜ਼ਰ ਦਾ, ਗ੍ਰੇਡਰ ਦਾ, ਆਪਾਂ ਕੋਈ ਵੀ ਇੱਕ ਵੀ ਆਪਰੇਟਰ ਕੈਨੇਡਾ ਦੇ ਵਿੱਚ ਵਰਕ ਪਰਮਿਟ 'ਤੇ ਆਉਂਦਾ ਨਹੀਂ ਦੇਖਿਆ। ਕਿਉਂਕਿ ਜਿੱਥੇ ਤੱਕ ਸਾਨੂੰ ਪਤਾ ਹੈ ਵਰਕ ਪਰਮਿਟ ਆਪਰੇਟਰ ਦਾ ਮਿਲਦਾ ਹੀ ਨਹੀਂ ਔਰ 7 ਸਾਲ ਦੇ ਵਿੱਚ ਆਪਾਂ ਨੂੰ ਹਜ਼ਾਰ ਇਹੋ ਜਿਹੇ ਡਰਾਈਵਰ, ਸੈਂਕੜੋ ਡਰਾਈਵਰ ਇਹੋ ਜਿਹੇ ਮਿਲਦੇ ਰਹਿੰਦੇ ਨੇ ਜਿਹੜੇ ਕਿ ਐਜ਼ ਏ ਟਰੱਕ ਡਰਾਈਵਰ ਜੋ ਹੈ ਗਲਫ ਤੋਂ ਆਏ ਨੇ। ਲੇਕਿਨ ਬੀਇੰਗ ਆਪਰੇਟਰ, ਚਾਹੇ ਉਹ ਕਿਸੇ ਚੀਜ਼ ਦਾ ਵੀ ਆਪਰੇਟਰ ਹੋਵੇ, ਆਪਰੇਟਰ ਦੇ ਆਉਣ ਦੇ ਚਾਂਸ ਆਲਮੋਸਟ ਨਾ ਬਰਾਬਰ ਨੇ। ਇਸ ਕਰਕੇ ਤੁਹਾਨੂੰ ਕੋਈ ਏਜੰਟ ਕਹਿੰਦਾ ਹੈ ਕਿ ਤੁਹਾਡਾ ਮੈਂ ਵਰਕ ਪਰਮਿਟ ਲਗਵਾ ਦੇਣਾ ਆਪਰੇਟਰ ਦਾ, ਤੇ ਉਹ ਬਿਲਕੁਲ ਤੁਹਾਨੂੰ ਜੋ ਹੈ ਉਹ ਮਤਲਬ ਗਲਤ ਗਾਈਡ ਕਰ ਰਿਹਾ। ਸੋ ਜੋ ਵੀ ਤੁਸੀਂ ਕਰਨਾ ਹੈ ਉਹ ਚੰਗੀ ਤਰ੍ਹਾਂ ਸੋਚ ਸਮਝ ਕੇ ਕਰਨਾ ਹੈ। ਆਪਰੇਟਰ ਦਾ ਜੋ ਵਰਕ ਪਰਮਿਟ ਹੈ ਉਹ ਅਜੇ ਤੱਕ ਅਸੀਂ ਕਿਸੇ ਦਾ ਵੀ ਲੱਗਦਾ ਹੋਇਆ ਨਹੀਂ ਦੇਖਿਆ। ਔਰ ਦੂਸਰੀ ਚੀਜ਼ ਇਹ ਹੈ ਕਿ ਜਦੋਂ ਆਪਾਂ ਡਰਾਈਵ ਕਰਦੇ ਹਾਂ ਪੂਰੇ ਕੈਨੇਡਾ ਦੇ ਵਿੱਚ ਕਿਤੇ ਵੀ ਆਪਾਂ ਰੋਡ ਕੰਸਟਰਕਸ਼ਨ ਦੇਖਦੇ ਹਾਂ, ਕੰਸਟਰਕਸ਼ਨ ਦਾ ਕੰਮ ਦੇਖਦੇ ਹਾਂ, ਅੱਜ ਤੱਕ 7 ਸਾਲ ਦੇ ਵਿੱਚ ਆਪਾਂ ਕਦੇ ਵੀ ਕਿਸੇ ਆਪਣੇ ਪੰਜਾਬੀ ਵੀਰ ਨੂੰ ਬੁਲਡੋਜ਼ਰ ਚਲਾਉਂਦੇ ਹਾਂ, ਗ੍ਰੇਡਰ ਚਲਾਉਂਦੇ ਹਾਂ ਜਾਂ JCB ਚਲਾਉਂਦੇ ਹਾਂ, ਕਦੇ ਵੀ ਰੋਡ ਸਾਈਡ 'ਤੇ ਜਾਂ ਕੰਸਟਰਕਸ਼ਨ ਸਾਈਟ 'ਤੇ ਅੱਜ ਤੱਕ ਬਿਲਕੁਲ ਇੱਕ ਵਾਰ ਵੀ ਇਹੋ ਜਿਹਾ ਨਹੀਂ ਹੋਇਆ ਕਿ ਆਪਾਂ ਨੂੰ ਕੋਈ ਪੰਜਾਬੀ, ਜਿੱਦਾਂ ਹੁਣ ਆਪਾਂ ਗਲਫ 'ਚ ਜਾਂਦੇ ਹਾਂ ਤੇ ਗਲਫ ਦੇ ਹਰ ਪ੍ਰੋਜੈਕਟ ਦੇ ਵਿੱਚ ਬੁਲਡੋਜ਼ਰ, ਗ੍ਰੇਡਰ, JCB, ਲੋਡਰ, ਵੀਲ ਲੋਡਰ, ਉਦੋਂ ਮੈਂ ਭੁੱਲ ਹੀ ਗਿਆ, ਬਹੁਤ ਇੰਪੋਰਟੈਂਟ ਚੀਜ਼ ਆ, ਤੇ ਜਿਹਨੂੰ ਆਪਾਂ ਕਸ਼ੀਕ ਕਹਿੰਦੇ ਆ, ਲੋਡਰ ਆਪਰੇਟਰ, ਉਹ ਕਿਤੇ ਵੀ ਆਪਾਂ ਨੂੰ ਅਰਬ ਕੰਟਰੀਆਂ ਦੇ ਵਿੱਚ ਹਰ ਕੰਪਨੀ ਦੇ ਵਿੱਚ ਤੁਹਾਨੂੰ ਪੰਜਾਬੀ ਮਿਲਣਗੇ। ਇਹ ਚੀਜ਼ਾਂ ਸਾਰੀਆਂ ਡਰਾਈਵ ਕਰਦੇ ਹੋਏ, ਲੇਕਿਨ ਪੂਰੇ ਕੈਨੇਡਾ ਦੇ ਵਿੱਚ ਆਲਮੋਸਟ ਨਾ ਬਰਾਬਰ, ਮੈਂ ਤਾਂ ਇੱਕ ਵੀ ਅਜੇ ਤੱਕ ਕੋਈ ਆਪਣਾ ਗ੍ਰੇਡਰ ਆਪਰੇਟਰ ਮੈਂ ਪੰਜਾਬੀ 7 ਸਾਲ ਦੇ ਵਿੱਚ ਗ੍ਰੇਡਰ ਇੱਥੇ ਚਲਾਉਂਦਾ ਨਹੀਂ ਦੇਖਿਆ। ਔਰ ਇਹ ਜਿੰਨੇ ਵੀ ਕੰਮ ਕਰਦੇ ਨੇ, ਇਹ ਜਿੰਨੀਆਂ ਵੀ ਇੱਥੇ ਕੰਸਟਰਕਸ਼ਨ ਦੀਆਂ ਕੰਪਨੀਜ਼ ਨੇ ਜਿਹੜੀਆਂ ਰੋਡ ਕੰਸਟਰਕਸ਼ਨ ਕਰਦੀਆਂ ਨੇ, ਉਹ ਪਰਮਾਨੈਂਟ ਨੇ, ਉਹਨਾਂ ਕੋਲ ਪਰਮਾਨੈਂਟ ਸਟਾਫ ਹੈ। ਔਰ 99.9% ਉਹਨਾਂ ਕੋਲ ਸਾਰੇ ਸਿਟੀਜ਼ਨ
ਲੋਕ ਨੇ ਉਹ ਸਾਰੇ ਹੀ ਗੋਰੇ ਨੇ ਜਿਹੜੇ ਕਿ ਉਹਨਾਂ ਦੀ ਕੰਪਨੀ 'ਚ ਮੋਸਟਲੀ ਕੰਮ ਕਰਦੇ ਨੇ ਔਰ ਜਿਹੜੇ ਹੈਵੀ ਅਰਥ ਮੂਵਿੰਗ ਪਲਾਂਟ ਆਪਰੇਟ ਕਰਦੇ ਆ। ਸੋ ਆਪਾਂ ਕਦੇ ਵੀ ਕਿਸੇ ਨੂੰ ਵੀ ਐਜ਼ ਏ ਆਪਰੇਟਰ ਆਂਦਾ ਨਹੀਂ ਦੇਖਿਆ। ਹਾਂ, ਮੈਂ ਪਰਸਨਲੀ ਉਹਨਾਂ ਲੋਕਾਂ ਨੂੰ ਵੀ ਜਾਣਦਾ ਜਿਹੜੇ ਆਪਰੇਟਰ ਸੀਗੇ ਔਰ ਅਲੱਗ-ਅਲੱਗ ਮਸ਼ੀਨਾਂ ਚਲਾਉਂਦੇ ਰਹੇ ਨੇ ਕਾਫੀ ਸਾਲ। ਔਰ ਫਿਰ ਜਦੋਂ ਕੁਝ ਸਾਲ ਪਹਿਲਾਂ ਉਹਨਾਂ ਨੇ ਆਪਣੇ ਨਾਲ ਸੰਪਰਕ ਕੀਤਾ, ਆਪਾਂ ਉਹਨਾਂ ਨੂੰ ਗਾਈਡ ਕੀਤਾ ਕਿ ਵੀ ਇੱਥੇ ਆਪਰੇਟਰ ਦਾ ਕੰਮ ਨਹੀਂ ਬਣਦਾ। ਫਿਰ ਉਹਨਾਂ ਨੇ ਜਿਹੜੇ ਲੋਕ ਥੋੜ੍ਹੇ ਜ਼ਿਆਦਾ ਉਹਨਾਂ ਨੂੰ ਇੱਧਰ ਆਉਣ ਦਾ ਹੁੰਦਾ, ਥੋੜ੍ਹੇ ਜਿਹੜੇ ਸਮਝਦਾਰ ਹੁੰਦੇ ਆ, ਉਹਨਾਂ ਨੇ ਫਿਰ ਆਪਣਾ ਜੋ ਹੈ ਉਹ ਚੇਂਜ ਕਰ ਲਿਆ, ਪ੍ਰੋਫੈਸ਼ਨ ਚੇਂਜ ਕੀਤਾ, ਉਹਨਾਂ ਨੇ ਆਪਣਾ ਵੀਜ਼ਾ ਚੇਂਜ ਕੀਤਾ। ਸਭ ਤੋਂ ਪਹਿਲਾਂ ਅਗਰ ਤੁਸੀਂ ਇੱਧਰ ਵਾਸਤੇ ਪਲਾਨ ਕਰਨਾ ਹੈ ਤਾਂ ਉਹਨਾਂ ਦੀ ਤਰ੍ਹਾਂ ਹੀ ਤੁਹਾਨੂੰ ਐਕਟ ਕਰਨਾ ਪਏਗਾ। ਪਹਿਲਾਂ ਤੁਹਾਨੂੰ ਆਪਣਾ ਵੀਜ਼ਾ ਚੇਂਜ ਕਰਨਾ ਪਏਗਾ। ਵੀਜ਼ਾ ਚੇਂਜ ਕਰਕੇ ਤੁਹਾਨੂੰ ਐਜ਼ ਏ ਕੋਈ ਵੀ ਆਪਰੇਟਰ ਦਾ, ਹੈ ਨਾ, ਜਿੱਦਾਂ ਤੁਸੀਂ ਗ੍ਰੇਡਰ ਆਪਰੇਟਰ ਤੋਂ ਚੇਂਜ ਕਰਕੇ ਤੁਸੀਂ ਹੈਵੀ ਡਿਊਟੀ ਟਰੱਕ ਡਰਾਈਵਰ ਦਾ ਤੁਹਾਨੂੰ ਵੀਜ਼ਾ ਲੈਣਾ ਪਏਗਾ। ਸੋ ਹੈਵੀ ਡਿਊਟੀ ਡਰਾਈਵਰ ਦਾ ਤੁਹਾਡਾ ਵੀਜ਼ਾ ਹੋਣਾ ਚਾਹੀਦਾ ਹੈ। ਉਹਦੇ ਬਾਅਦ ਤੁਹਾਡੇ ਕੋਲ 4 ਨੰਬਰ ਲਾਇਸੈਂਸ, ਜਿਹਨੂੰ ਅਰਬਾ ਕਹਿੰਦੇ ਆ, ਵਾਹਦ ਅਤਨੀ ਇਤਲਾਤਾ ਅਰਬਾ, 4 ਨੰਬਰ ਲਾਇਸੈਂਸ ਜਿਹੜਾ ਹੈ, 4 ਨੰਬਰ ਲਾਇਸੈਂਸ ਤੁਹਾਡੇ ਕੋਲ ਹੈਵੀ ਡਿਊਟੀ ਟਰੱਕ ਡਰਾਈਵਰ ਦਾ ਹੋਣਾ ਚਾਹੀਦਾ। ਉਹਦੇ ਬਾਅਦ ਕੰਮ ਵੀ ਤੁਹਾਡਾ ਹੈਵੀ ਡਿਊਟੀ ਟਰੱਕ ਡਰਾਈਵਰ ਦਾ ਹੋਣਾ ਚਾਹੀਦਾ। ਤੁਸੀਂ ਟਰਾਲਾ ਚਲਾਉਂਦੇ ਹੋਵੋ ਔਰ ਉਸੇ ਚੀਜ਼ ਦਾ ਐਕਸਪੀਰੀਅੰਸ, ਉਸੇ ਚੀਜ਼ ਦੀਆਂ ਤੁਹਾਡੇ ਕੋਲ ਪੇ ਸਲਿਪਸ, ਉਸੇ ਚੀਜ਼ ਦਾ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਜਿਹੜੇ ਵੀਰ ਇੱਧਰ ਦਾ ਪਲਾਨ ਕਰਦੇ ਨੇ ਕਿ ਆਉਣਾ ਹੈ, ਸਭ ਤੋਂ ਜ਼ਿਆਦਾ ਜਿਹੜੇ ਲੋਕ ਇੱਧਰ ਆਉਂਦੇ ਨੇ ਉਹ ਟਰੱਕ ਡਰਾਈਵਰ ਹੀ ਆਉਂਦੇ ਨੇ ਔਰ ਉਹਨਾਂ ਦੀ ਸੰਖਿਆ ਸਭ ਤੋਂ ਜ਼ਿਆਦਾ ਹੁੰਦੀ ਹੈ ਜਿਹੜੇ ਇੱਥੇ ਟਰੱਕ ਆਉਂਦੇ ਨੇ ਲੋਕ। ਸੋ ਜਿਹੜੇ ਲੋਕ ਉੱਥੇ ਵਧੀਆ ਕਮਾ ਰਹੇ ਨੇ ਉਹਨਾਂ ਨੂੰ ਫਿਰ ਉਹ ਛੱਡਣ 'ਚ ਵੀ ਦਿੱਕਤ ਲੱਗਦੀ ਹੈ ਕਿ ਯਾਰ ਕਿਉਂ ਛੱਡਣੀ ਹੈ, ਵਧੀਆ ਜੋਬ 50 60 70 80 ਹਜ਼ਾਰ ਰੁਪਏ ਕਮਾਈ ਜਾਂਦੇ ਆ। ਕਿਉਂਕਿ ਕ੍ਰੇਨ ਆਪਰੇਟਰ ਸਭ ਤੋਂ ਵਧੀਆ ਪੈਸਾ ਕਮਾਉਂਦੇ ਨੇ ਔਰ ਗ੍ਰੇਡਰ ਆਪਰੇਟਰ ਜਿਹੜੇ ਨੇ ਉਹ ਸਭ ਤੋਂ ਵਧੀਆ ਪੈਸਾ ਕਮਾਉਂਦੇ ਨੇ ਗਲਫ ਕੰਟਰੀਜ਼ ਦੇ ਵਿੱਚ। ਤੇ ਦੋਨੋਂ ਹੀ ਆਪਣੀ ਲਾਈਨ ਛੱਡਣਾ ਨਹੀਂ ਚਾਹੁੰਦੇ। ਮੇਰੇ ਕਾਫੀ ਚੇਲੇ ਵੀ ਨੇ ਮੇਰੇ ਜਿਹੜੇ ਮੇਰੇ ਕੋਲ ਕੰਮ ਸਿੱਖੇ ਨੇ, ਜਿਨ੍ਹਾਂ ਨੂੰ ਮੈਂ ਕੰਮ ਸਿਖਾਇਆ। ਕਈ ਮੇਰੇ ਯਾਰ ਦੋਸਤ ਮਿੱਤਰ ਸੱਜਣ ਵੀ ਨੇ ਜਿਹਨਾਂ ਨੇ ਮੇਰੇ ਨਾਲ ਬਹੁਤ ਸਾਲ ਇੰਡੀਆ ਦੇ ਵਿੱਚ ਵੀ ਕੰਮ ਕੀਤਾ ਔਰ ਹੁਣ ਗਲਫ ਕੰਟਰੀਆਂ ਦੇ ਵਿੱਚ ਕੰਮ ਕਰ ਰਹੇ ਨੇ, ਲੇਕਿਨ ਉਹ ਐਜ਼ ਏ ਗ੍ਰੇਡਰ ਆਪਰੇਟਰ ਹੀ ਕਰ ਰਹੇ ਨੇ ਜਾਂ ਕਿਸੇ ਹੋਰ ਚੀਜ਼ ਦਾ ਆਪਰੇਟਰ ਐਜ਼ ਏ ਆਪਰੇਟਰ ਹੀ ਕੰਮ ਕਰ ਰਹੇ ਨੇ। ਲੇਕਿਨ ਹੁਣ ਉਹਨਾਂ ਦੀ ਜ਼ਿਆਦਾਤਰ ਜਿਹੜੇ ਵੀਰ ਨੇ ਉਹਨਾਂ ਦੀ ਜਾਂ ਤਾਂ ਐਜੂਕੇਸ਼ਨ ਦੇ ਵਿੱਚ ਪ੍ਰੋਬਲਮ ਹੈ, ਉਹਨਾਂ ਕੋਲ 12ਵੀਂ ਨਹੀਂ ਹੈ। ਜੇ ਕਿਸੇ ਕੋਲ 12ਵੀਂ ਹੈ ਤਾਂ ਉਹਦੇ ਕੋਲ ਆਈਲੈਟਸ ਨਹੀਂ ਹੁੰਦੀ, ਤੇ ਜੇ ਕਿਸੇ ਕੋਲ 12ਵੀਂ ਵੀ ਹੈ, ਆਈਲੈਟਸ ਵੀ ਹੈ, ਤੇ ਉਹਦੇ ਕੋਲੋਂ ਪ੍ਰੋਬਲਮ ਫਿਰ ਪੈਸੇ ਦੀ ਆਉਂਦੀ ਹੈ ਕਿਉਂਕਿ ਇੱਧਰ ਆਉਣ ਵਾਸਤੇ ਪੈਸਾ ਬਹੁਤ ਲੱਗਦਾ। ਸੋ ਕਈ ਵੀਰ ਕਹਿੰਦੇ ਨੇ ਕਿ ਜਿਹੜੇ ਲੋਕ ਆਏ ਨੇ ਤੁਸੀਂ ਉਹਨਾਂ ਦਾ ਉਹ ਦੱਸਦੇ ਕਿਉਂ ਨਹੀਂ ਕਿ ਕਿੰਨੇ ਪੈਸੇ ਲੱਗਦੇ ਨੇ। ਹੁਣ ਦੱਸੀਏ, ਉਹ ਵਿਚਾਰੇ ਕੀ ਦੱਸਣ ਤੁਹਾਨੂੰ ਵੀ ਕਿੰਨੇ ਪੈਸੇ ਲਗਾ ਕੇ ਆਏ ਆ। ਕਿਉਂਕਿ ਪ੍ਰੋਬਲਮ ਇਹ ਹੈ ਕਿ ਜਿਹੜਾ ਵੀ ਇੱਥੇ ਟਰੱਕ ਡਰਾਈਵਰ ਆਉਂਦਾ ਉਹ ਕਦੇ ਵੀ ਤੁਹਾਨੂੰ ਆ ਕੇ ਇੱਦਾਂ ਮਤਲਬ ਵੀਡੀਓ 'ਚ ਨਹੀਂ ਦੱਸ ਸਕਦਾ ਜਾਂ ਸਾਹਮਣੇ ਆ ਕੇ ਨਹੀਂ ਦੱਸੇਗਾ ਕਿ ਮੇਰੇ ਕਿੰਨੇ ਪੈਸੇ ਲੱਗੇ ਆ। ਕਿਉਂਕਿ ਜਿਹੜੇ ਏਜੰਟ ਹੈ ਉਹ ਜਿਹੜਾ ਵੀ 10 15 20 25 30 35 40 50 ਹਜ਼ਾਰ ਜਿੰਨੇ ਹਜ਼ਾਰ ਵੀ ਡਾਲਰ ਲੈਂਦੇ ਆ, ਉਹ ਜਿਹੜਾ 1 ਨੰਬਰ ਦਾ ਪੈਸਾ ਨਾ, ਜਿਹੜਾ ਲੀਗਲ ਫੀਸ ਹੈ ਗੌਰਮੈਂਟ ਦੀ, ਉਹ ਫੀਸ ਜਿਹੜੀ ਹੈ ਉਹ ਤੁਹਾਡੇ ਤੋਂ ਇੱਥੇ ਲੈਂਦੇ ਆ। ਤੇ ਜਿਹੜਾ ਉਹਨਾਂ ਨੇ ਮੋਟਾ ਪੈਸਾ ਜਿਹੜਾ ਤੁਹਾਡੇ ਤੋਂ 2 ਨੰਬਰ 'ਚ ਲੈਣਾ ਹੈ ਉਹ ਇੰਡੀਆ 'ਚ ਮੇਰੇ ਮਾਂ ਦੇ ਖਾਤੇ 'ਚ ਪਾ ਦੇ ਤੇ ਮੇਰੇ ਪਿਓ ਦੇ ਖਾਤੇ 'ਚ ਪਾ ਦੇ, ਇੱਦਾਂ ਪੈਸੇ ਲੈਂਦੇ ਆ ਤੁਹਾਡੇ ਤੋਂ। ਸੋ ਇਸ ਕਰਕੇ ਉਹ ਚੀਜ਼ ਜਿਹੜਾ ਕੋਈ ਵੀ ਏਜੰਟ ਹੈ, ਉਹ ਜਿਹੜਾ ਡਰਾਈਵਰ ਹੈ, ਉਹ ਚਾਹੇ ਜਿੰਨੇ ਸਾਲ ਮਰਜ਼ੀ ਪਹਿਲਾਂ ਆਇਆ ਜਾਂ ਹੁਣ ਆਇਆ ਲੇਟੈਸਟ, ਉਹ ਕਦੇ ਵੀ ਡਿਸਕਲੋਜ਼ ਨਹੀਂ ਕਰਦਾ। ਹਾਂ, ਤੁਹਾਡੇ ਨਾਲ ਪਰਸਨਲ ਕਾਲ 'ਤੇ ਕਦੇ ਤੁਹਾਨੂੰ ਦੱਸ ਦੇਵੇ ਕਿ ਭਾਈ ਇੰਨੇ ਕੁ ਪੈਸੇ ਲੱਗਦੇ ਆ। ਸੋ ਪੈਸਾ ਕਾਫੀ ਲੱਗਦਾ। ਸੋ ਕਾਫੀ ਲੋਕ ਅਜੇ ਵੀ ਜੋ ਹੈ ਉਹ ਪ੍ਰੈਫਰ ਕਰਦੇ ਨੇ ਕਿ ਉੱਥੇ ਹੀ ਐਜ਼ ਏ ਆਪਰੇਟਰ ਕੰਮ ਕਰਦੇ ਰਹੀਏ। ਬਟ ਇਹ ਹੈ ਕਿ ਜੋ ਫਿਰ ਉਮਰ ਵੱਧਦੀ ਹੈ ਬੰਦੇ ਨੂੰ ਮਿੱਟੀ ਵਾਲੇ ਕੰਮ ਤੋਂ ਅਲਖਤ ਜਾਣੀ ਸ਼ੁਰੂ ਹੋ ਜਾਂਦੀ ਹੈ, ਯਾਰ ਹੁਣ ਕਿੰਨੇ ਕੁ ਟਾਈਮ ਖਾਈ ਜਾਵਾਂਗੇ। ਲੇਕਿਨ ਇਹ ਹੈ ਕਿ ਇਹ ਕੰਮ ਤੋਂ ਫਿਰ ਨਿਕਲਣਾ ਵੀ ਤਾਂ ਔਖਾ ਹੈ ਨਾ। ਅਗਰ ਤੁਸੀਂ ਉਹ ਕੰਮ ਵੀ ਛੱਡ ਦਿੰਦੇ ਹੋ ਔਰ ਫਿਰ ਟਰੱਕਿੰਗ ਚਾਹੁੰਦੇ ਹੋ ਔਰ ਅੱਗੇ ਟਰੱਕਿੰਗ ਤੁਸੀਂ ਇੱਧਰ ਨਹੀਂ ਆ ਸਕਦੇ, ਤੇ ਫਿਰ ਬੰਦਾ ਕਹਿੰਦਾ ਫਿਰ ਟਰੱਕਿੰਗ 'ਚ ਕਿਉਂ ਜਾਣਾ, ਫਿਰ ਮੇਰੇ ਵਾਸਤੇ ਜਿਹੜਾ ਆਪਰੇਟਰ ਦਾ ਕੰਮ ਹੈ ਉਹ ਵਧੀਆ ਹੈ। ਤੇ ਉਹ ਆਪਰੇਟਰ ਦਾ ਫਿਰ ਜੋਬ ਜੋ ਹੈ ਉਹ ਉੱਥੇ ਕਰਦੇ ਰਹਿੰਦੇ ਨੇ। ਸੋ ਅਗਰ ਤੁਹਾਨੂੰ ਇਹ ਵੀਡੀਓ ਬਣਾਉਣ ਦਾ ਜਿਹੜਾ ਮੇਨ ਪਰਪਸ ਹੈ ਅੱਜ ਦਾ, ਉਹ ਇਹ ਹੈ ਕਿ ਅਗਰ ਤੁਹਾਨੂੰ ਕੋਈ ਏਜੰਟ ਕਹਿ ਰਿਹਾ ਕਿ ਭਈ ਮੈਂ ਤੈਨੂੰ ਗ੍ਰੇਡਰ ਆਪਰੇਟਰ ਦੇ ਤੌਰ 'ਤੇ, JCB ਆਪਰੇਟਰ ਦੇ ਤੌਰ 'ਤੇ, ਬੁਲਡੋਜ਼ਰ, ਵੀਲ ਡੋਜ਼ਰ ਜਾਂ ਸਾਈਡ ਬੂਮ ਜਾਂ ਕ੍ਰੇਨ ਆਪਰੇਟਰ ਕਿਸੇ ਵੀ ਇਹੋ ਜਿਹੇ ਵੀਜ਼ੇ 'ਤੇ ਮੈਂ ਤੈਨੂੰ ਕੈਨੇਡਾ ਭੇਜ ਦਾਂਗਾ, ਤੇ ਅਜੇ ਤੱਕ ਅਸੀਂ ਤਾਂ ਕੋਈ ਆਂਦਾ ਦੇਖਿਆ ਨਹੀਂ। ਠੀਕ ਹੈ ਜੀ, 7 ਸਾਲ ਹੋ ਗਏ, 8ਵਾਂ ਸਾਲ ਲੱਗ ਗਿਆ। 7 ਸਾਲਾਂ 'ਚ ਆਪਾਂ ਕੋਈ ਵੀ ਬੰਦਾ ਆਪਰੇਟਰ ਨਹੀਂ ਆਂਦਾ ਦੇਖਿਆ। ਜੇ ਆਂਦਾ ਹੁੰਦਾ ਤੇ ਤੁਹਾਨੂੰ ਵੀ ਦਿਖਦਾ, ਸਾਨੂੰ ਵੀ ਦਿਖਦਾ, ਸਾਨੂੰ ਵੀ ਕਦੇ ਮਿਲਦਾ ਔਰ ਸਾਨੂੰ ਕਿਤੇ ਰੋਡ 'ਤੇ ਆਉਂਦਿਆਂ ਜਾਂਦਿਆਂ ਕਦੇ ਕਿਤੇ ਨਾ ਕਿਤੇ ਤਾਂ ਨਿਗਾਹ ਪੈਂਦੀ ਨਾ ਕਿ ਆਪਣਾ ਬੰਦਾ ਕੋਈ ਦੇਖੋ ਗ੍ਰੇਡਰ ਚਲਾ ਰਿਹਾ ਜਾਂ ਬੁਲਡੋਜ਼ਰ ਚਲਾ ਰਿਹਾ। ਸੋ ਇਹੋ ਜਿਹਾ ਕੋਈ ਵੀ ਸੀਨ ਨਹੀਂ ਹੈ। ਸੋ ਜਿਹੜੇ ਕੋਈ ਏਜੰਟ ਹੈ ਤੁਹਾਨੂੰ ਉਹ ਇਹ ਕਹਿ ਰਿਹਾ ਕਿ ਵੀ ਮੈਂ ਤੇਰਾ ਕੈਨੇਡਾ ਦਾ ਵਰਕ ਪਰਮਿਟ ਲਗਵਾ ਦਾਂਗਾ ਐਜ਼ ਏ ਆਪਰੇਟਰ, ਸੋ ਉਹ ਵੀਰ ਕਿਸੇ ਚੱਕਰ 'ਚ ਨਾ ਪਵੇ, ਬਿਲਕੁਲ ਗਲਤ ਹੈ, ਝੂਠੀ ਚੀਜ਼ ਹੈ। ਔਰ ਤੁਸੀਂ ਆਉਣਾ ਹੈ, ਤੁਹਾਡੇ ਕੋਲ 12ਵੀਂ ਕਲਾਸ ਹੈਗੀ ਹੈ, ਤੁਸੀਂ ਆਈਲੈਟਸ ਕਰ ਸਕਦੇ ਹੋ, ਜਨਰਲ ਆਈਲਟਸ ਕਰਨੀ ਹੈ। ਅਕੈਡਮਿਕ ਆਈਲਟਸ ਜਿਹੜੀ ਹੁੰਦੀ ਹੈ ਉਹ
ਅਕੈਡਮਿਕ ਆਈਲੈਟਸ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਜਿਨ੍ਹਾਂ ਨੇ ਸਟੂਡੈਂਟ ਵੀਜ਼ਾ ਵਾਸਤੇ ਅਪਲਾਈ ਕਰਨਾ ਹੈ। ਲੇਕਿਨ ਜਿਨ੍ਹਾਂ ਨੇ ਵਰਕ ਪਰਮਿਟ ਅਪਲਾਈ ਕਰਨਾ ਉਹਨਾਂ ਵਾਸਤੇ ਜਨਰਲ ਆਇਲਸ ਹੁੰਦੀ ਹੈ। ਜਨਰਲ ਆਇਲਸ ਦੇ ਵਿੱਚ ਕੋਈ ਜ਼ਿਆਦਾ ਬੈਂਡ ਦੀ ਰਿਕੁਆਇਰਮੈਂਟ ਨਹੀਂ ਹੁੰਦੀ। 5 ਬੈਂਡ ਈਚ ਚਾਹੀਦੇ ਹੁੰਦੇ ਨੇ। ਉਹ ਕੋਈ ਲੈਣੇ ਜ਼ਿਆਦਾ ਔਖੇ ਨਹੀਂ ਹੁੰਦੇ, ਬੰਦਾ ਤੁਸੀਂ ਲੈ ਸਕਦੇ ਹੋ ਆਰਾਮ ਨਾਲ। ਥੋੜ੍ਹਾ ਜਿਹਾ ਟਾਈਮ ਅਗਰ ਤੁਸੀਂ ਦਿਲ ਲਗਾ ਕੇ ਪੜ੍ਹਾਈ ਕਰੋ ਤਾਂ ਬਿਲਕੁਲ ਲੈ ਸਕਦੇ ਹੋ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵਰਕ ਪਰਮਿਟ ਅਗਰ ਤੁਸੀਂ ਸੋਚ ਰਹੇ ਹੋ ਕਿ ਮੈਂ ਜੋ ਹੈ ਉਹ ਓਪਰੇਟਰ ਦਾ ਲਵਾਂ ਤੇ ਉਹ ਉੱਥੋਂ ਨਹੀਂ ਮਿਲਣਾ, ਤੇ ਨਾ ਹੀ ਆਪਣਾ ਤੁਹਾਨੂੰ ਕੇਸ ਲਗਾਉਣ ਦਾ ਫਾਇਦਾ ਹੈ, ਕਿਉਂਕਿ ਏਜੰਟਾਂ ਦਾ ਕੰਮ ਹੈ ਤੁਹਾਨੂੰ ਕਹਿਣਾ ਕਿ ਅਸੀਂ ਤੁਹਾਨੂੰ ਭੇਜ ਦਾਂਗੇ, ਲੇਕਿਨ ਉਹ ਭੇਜ ਉਹਨਾਂ ਤੋਂ ਹੋਣਾ ਨਹੀਂ, ਕਿਉਂਕਿ ਇੱਥੇ ਓਪਰੇਟਰ ਦਾ ਵੀਜ਼ਾ ਆਲਮੋਸਟ ਨਾ ਬਰਾਬਰ ਮਿਲਦਾ। ਅਜੇ ਤੱਕ ਤਾਂ ਅਸੀਂ ਕੋਈ ਆਂਦਾ ਦੇਖਿਆ ਨਹੀਂ। ਸੋ ਕਿਸੇ ਵੀ ਏਜੰਟ ਦੇ ਧੱਕੇ ਚੜਨ ਦੀ ਲੋੜ ਨਹੀਂ ਹੈ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਕਿ ਮੈਂ ਤੇਰਾ ਗ੍ਰੇਡਰ ਓਪਰੇਟਰ ਦਾ ਜਾਂ ਕਿਸੇ ਵੀ ਓਪਰੇਟਰ ਦਾ ਵੀਜ਼ਾ ਲਗਵਾ ਦਾਂਗਾ। ਇੰਨੇ ਸਾਲਾਂ 'ਚ ਅਸੀਂ ਇੱਥੇ ਕੋਈ ਆਂਦਾ ਨਹੀਂ ਦੇਖਿਆ। ਟਰੱਕ ਡਰਾਈਵਰ ਆਉਂਦੇ ਨੇ, ਆਂਦੇ ਰਹੇ ਨੇ ਔਰ ਆਂਦੇ ਰਹਿੰਦੇ ਨੇ। ਸੋ ਤੁਸੀਂ ਆਪਣੀ ਲਾਈਨ ਚੇਂਜ ਕਰ ਸਕਦੇ ਹੋ। ਤੁਸੀਂ ਲਾਈਨ ਚੇਂਜ ਕਰੋ, ਆਪਣਾ ਐਕਸਪੀਰੀਅੰਸ ਉਸ ਹਿਸਾਬ ਦਾ ਗੇਨ ਕਰੋ। ਐਕਸਪੀਰੀਅੰਸ ਉਸ ਹਿਸਾਬ ਦਾ ਗੇਨ ਕਰਨ ਤੋਂ ਬਾਅਦ ਫਿਰ ਤੁਸੀਂ ਆਈਲੈਟਸ ਕਰੋ। ਆਈਲੈਟਸ ਕਰਨ ਤੋਂ ਬਾਅਦ ਏਜੰਟ ਲੱਭੋ, ਫਿਰ ਆਪਣੀ ਫਾਈਲ ਲਗਾਓ ਔਰ ਫਿਰ ਤੁਸੀਂ ਮਹਾਰਾਜ ਮੇਰ ਕਰੇ ਤੇ ਜ਼ਰੂਰ ਆਓ। ਲੇਕਿਨ ਇਹ ਹੈ ਕਿ ਓਪਰੇਟਰ ਦੇ ਤੌਰ ਤੇ ਟਰਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਚਾਂਸਿਸ ਆਲਮੋਸਟ ਨਿਲ ਨੇ, ਨਾ ਬਰਾਬਰ ਚਾਂਸਿਸ ਹੈਗੇ ਨੇ। ਐਵੇਂ ਬੇਫਜ਼ੂਲ ਆਪਣਾ ਟਾਈਮ ਔਰ ਪੈਸਾ ਬਰਬਾਦ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਉਹਨਾਂ ਦਾ ਕੰਮ ਇਹੀ ਹੈ ਕਿ ਬਸ ਤੁਹਾਡੇ ਤੋਂ ਪੈਸਾ ਲੈ ਲਿੱਤਾ ਜਾਵੇ। ਔਰ ਤੁਹਾਨੂੰ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਖਾਸ ਤੌਰ ਤੇ ਗੌਰ ਨਾਲ ਸੁਣਿਓ। ਜ਼ਿਆਦਾਤਰ ਏਜੰਟਾਂ ਦਾ ਮਤਲਬ ਉਹਨਾਂ ਦਾ ਟਾਰਗੇਟ ਇਹ ਨਹੀਂ ਹੁੰਦਾ ਕਿ ਤੁਹਾਨੂੰ ਕੈਨੇਡਾ ਪਹੁੰਚਾਉਣਾ। ਜ਼ਿਆਦਾਤਰ ਏਜੰਟਾਂ ਦਾ ਟਾਰਗੇਟ ਇਹ ਹੁੰਦਾ ਕਿ ਇਹਨਾਂ ਦਾ ਕੇਸ ਲਗਾਉਣਾ ਬਸ, ਠੀਕ ਹੈ। ਹਾਲਾਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜਿਸ ਹਿਸਾਬ ਨਾਲ ਕੇਸ ਲਗਾ ਰਹੇ ਆ ਇਹ ਰਿਫਿਊਜ਼ ਹੀ ਹੋਣਾ, ਲੇਕਿਨ ਉਹ ਤੁਹਾਨੂੰ ਪਹਿਲਾਂ ਕਹਿ ਦਿੰਦੇ ਆ ਕਿ ਤੇਰੇ ਤੋਂ $5000 ਲੈ ਰਹੇ ਹਾਂ, $7000 ਲੈ ਰਹੇ ਹਾਂ, ਅਤੇ ਅਸੀਂ ਪਹਿਲਾਂ ਉੱਥੇ ਅਖਬਾਰ 'ਚ ਐਡਵਰਟਾਈਜ਼ਮੈਂਟ ਕਰਾਵਾਂਗੇ, ਆਹ ਕਰਾਵਾਂਗੇ, ਉਹ ਕਰਾਵਾਂਗੇ। ਲੇਕਿਨ ਜਦੋਂ ਸਾਰਾ ਕੁਝ ਹੋ ਗਿਆ ਬਈ ਜੇ ਤੇਰਾ ਕੇਸ ਰਿਫਿਊਜ਼ ਹੋ ਗਿਆ ਤਾਂ ਇਹ ਜਿਹੜਾ ਇਨੀਸ਼ੀਅਲ ਅਮਾਊਂਟ ਹੈ $5-7000 ਜਿਹੜਾ $3-4-5000 ਲੈ ਰਹੇ ਆ, ਇਹ ਅਸੀਂ ਵਾਪਸ ਨਹੀਂ ਕਰਨਾ। ਸੋ ਹੁੰਦਾ ਕੀ ਹੈ, ਉਹ ਪੈਸਾ ਖਾਣ ਦਾ ਹੀ ਸਾਰਾ ਜੁਗਾੜ ਹੈ। ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੈ ਤੁਹਾਨੂੰ ਅੱਗੇ ਭੇਜਣ ਦਾ। ਜੇ ਕਿਤੇ ਲੱਗ ਗਿਆ ਕੰਮ ਤੇ ਫਿਰ ਹੋਰ ਪੈਸੇ ਖਾਣਗੇ। ਅਦਰਵਾਈਜ਼ ਉਹਨਾਂ ਦਾ ਮੇਨ ਟਾਰਗੇਟ ਇਹੀ ਹੈ ਕਿ ਤੁਹਾਡੇ ਤੋਂ ਇੰਨਾ ਕੁ ਪੈਸਾ ਖਾ ਲਿਆ ਜਾਵੇ, $5-7000, $3-4-5000 ਖਾ ਲਿਆ ਜਾਏ। ਔਰ ਜਦੋਂ ਤੁਹਾਡਾ ਕੇਸ ਰਿਫਿਊਜ਼ ਹੋ ਗਿਆ ਤਾਂ ਉਹਨਾਂ ਨੇ ਤੁਹਾਨੂੰ ਸਾਫ਼ ਹੀ ਕਹਿ ਦੇਣਾ ਕਿ ਭਾਈ ਅਸੀਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਬਈ ਜੇ ਤੇਰਾ ਕੇਸ ਨਾ ਹੋਇਆ ਤੇ ਫਿਰ ਆਹ ਇਨੀਸ਼ੀਅਲ ਅਮਾਊਂਟ ਜਿਹੜਾ ਸਟਾਰਟਿੰਗ 'ਚ ਤੇਰੇ ਕੋਲ ਲੈ ਰਹੇ ਹਾਂ ਇਹ ਅਸੀਂ ਤੈਨੂੰ ਵਾਪਸ ਨਹੀਂ ਕਰਨਾ। ਸੋ ਸਾਰੀ ਕਹਾਣੀ ਉਹ ਇਨੀਸ਼ੀਅਲ ਅਮਾਊਂਟ ਨੂੰ ਖਾਣ ਦੀ ਆ, ਠੀਕ ਹੈ ਜੀ। ਔਰ ਉਹਦੇ ਵਿੱਚ ਬੰਦਾ ਕਈ ਮਹੀਨੇ ਕਈ ਸਾਲ ਮੂੰਹ ਚੱਕ ਕੇ ਦੇਖਦਾ ਰਹਿੰਦਾ ਕਿ ਅੱਜ ਕੰਮ ਬਣੇਗਾ, ਕੱਲ੍ਹ ਬਣੇਗਾ, ਅਤੇ ਕੰਮ ਤਾਂ ਏਜੰਟ ਨੂੰ ਪਹਿਲੇ ਦਿਨ ਨਹੀਂ ਪਤਾ ਸੀਗਾ ਕਿ ਨਹੀਂ ਬਣਨਾ। ਲੇਕਿਨ ਉਹਨੇ ਤੁਹਾਡਾ ਉਹ ਪੈਸਾ ਖਾਣ ਵਾਸਤੇ ਤੁਹਾਡਾ ਟਾਈਮ ਵੀ ਵੇਸਟ ਕੀਤਾ ਅਤੇ ਤੁਹਾਡਾ ਪੈਸਾ ਵੀ ਵੇਸਟ ਕੀਤਾ। ਔਰ ਜਿਹੜਾ ਬੰਦੇ ਨੂੰ 24 ਘੰਟੇ ਦਿਮਾਗ 'ਚ ਰਹਿੰਦਾ ਕਿ ਅੱਜ ਮੇਰਾ ਕੰਮ ਬਣ ਗਿਆ, ਕੱਲ੍ਹ ਬਣ ਗਿਆ, ਉਸ ਹਿਸਾਬ ਨਾਲ ਬੰਦਾ ਆਪਣੇ ਘਰ ਦੀ ਪਲੈਨਿੰਗ ਕਰਦਾ, ਆਪਣੇ ਪੈਸੇ ਦੀ ਪਲੈਨਿੰਗ ਕਰਦਾ, ਔਰ ਲਾਸਟ ਦੇ ਵਿੱਚ ਜਦੋਂ ਉਹ ਕੰਮ ਖਰਾਬ ਹੁੰਦਾ ਫਿਰ ਬਹੁਤ ਦੁੱਖ ਹੁੰਦਾ। ਸੋ ਬਹੁਤ ਇਹੋ ਜਿਹੇ ਕੇਸ ਦੇਖੇ ਨੇ ਮੈਂ ਜਿਹੜੇ ਵੀਰ ਬਹੁਤ ਤੰਗ ਪਰੇਸ਼ਾਨ ਹੋਏ ਨੇ। ਸੋ ਇਸ ਕਰਕੇ ਕੋਈ ਵੀ ਓਪਰੇਟਰ ਜਿਹੜਾ ਵੀਰ ਹੈ ਉਹ ਅਪਲਾਈ, ਅਗਰ ਤੁਹਾਨੂੰ ਕੋਈ ਏਜੰਟ ਕਹਿ ਰਿਹਾ ਕਿ ਮੈਂ ਤੇਰਾ ਅਪਲਾਈ ਕਰ ਦੇਣਾ, ਤਾਂ ਉਹਦੇ ਚੱਕਰ 'ਚ ਪੈਣ ਦੀ ਲੋੜ ਨਹੀਂ ਹੈ। ਓਪਰੇਟਰ ਦਾ ਵੀਜ਼ਾ ਆਲਮੋਸਟ ਨਾ ਬਰਾਬਰ ਮਿਲਦਾ। ਜਿੱਦਾਂ ਮੈਂ ਪਹਿਲਾਂ ਕਿਹਾ ਕਿ ਅਗਰ ਓਪਰੇਟਰ ਦਾ ਵੀਜ਼ਾ ਮਿਲਦਾ ਹੁੰਦਾ ਤਾਂ ਜਿੰਨੇ ਅੱਜ ਤੱਕ ਡਰਾਈਵਰ ਆਏ ਨੇ, ਅਗਰ ਉਹ ਆਪਾਂ ਨੂੰ ਰੋਜ਼ ਮਿਲਦੇ ਨੇ ਤਾਂ ਕਦੇ ਕੋਈ ਓਪਰੇਟਰ ਗ੍ਰੇਡਰ ਓਪਰੇਟਰ ਵੀ ਰੋਡ 'ਤੇ ਗ੍ਰੇਡਰ ਚਲਾਉਂਦਾ ਦਿਖਦਾ। ਸੋ ਇਹੋ ਜਿਹਾ ਨਹੀਂ ਹੁੰਦਾ, ਕਿਸੇ ਵੀ ਚੱਕਰ 'ਚ ਪੈਣ ਦੀ ਲੋੜ ਨਹੀਂ ਹੈ। ਤੁਸੀਂ ਆਉਣਾ ਹੈ, ਸੋ ਆਪਣਾ ਤੁਸੀਂ ਵਰਕ ਪਰਮਿਟ ਚੇਂਜ ਕਰੋ। ਜਿਹੜੀ ਵੀ ਗਲਫ ਕੰਟਰੀ 'ਚ ਹੈਗੇ ਤੁਸੀਂ ਬਾਹਰ ਵੀ ਹੋਣੇ ਚਾਹੀਦੇ ਹੋ। ਤੁਸੀਂ ਆਈਲੈਟਸ ਕਰ ਸਕਦੇ ਹੋ, ਆਪਣਾ ਵਰਕ ਪਰਮਿਟ ਚੇਂਜ ਕਰਕੇ ਹੈਵੀ ਡਿਊਟੀ ਟਰੱਕ ਡਰਾਈਵਰ ਦਾ ਕਰੋ। ਉਸ ਤੋਂ ਬਾਅਦ 2 ਸਾਲ ਆਪਣਾ ਐਕਸਪੀਰੀਅੰਸ ਗੇਨ ਕਰੋ। ਤੁਹਾਡੀਆਂ ਪੇ ਸਲਿਪਸ ਜਿਹੜੀਆਂ ਨੇ ਉਹ ਐਜ਼ ਏ ਟਰੱਕ ਡਰਾਈਵਰ ਦੀਆਂ ਆਉਣੀਆਂ ਚਾਹੀਦੀਆਂ ਨੇ। ਤੁਹਾਡਾ ਐਕਸਪੀਰੀਅੰਸ ਲੈਟਰ 2 ਸਾਲ ਦਾ ਘੱਟ ਤੋਂ ਘੱਟ ਉਹ ਟਰੱਕ ਡਰਾਈਵਰ, ਹੈਵੀ ਡਿਊਟੀ ਟਰੱਕ ਡਰਾਈਵਰ ਦਾ, ਟ੍ਰੇਲਰ ਡਰਾਈਵਰ ਦਾ ਹੋਣਾ ਚਾਹੀਦਾ ਹੈ, ਔਰ ਉਹ ਤੁਹਾਡੇ ਕੋਲ ਐਕਸਪੀਰੀਅੰਸ ਲੈਟਰ 'ਤੇ ਲਿਖਿਆ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਆਈਲੈਟਸ ਕਰਕੇ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ। ਲੇਕਿਨ ਇੱਕ ਓਪਰੇਟਰ ਦੇ ਤੌਰ 'ਤੇ ਕੋਸ਼ਿਸ਼ ਕਰੋ ਕਿ ਅਵੋਇਡ ਕਰੋ, ਕਿਉਂਕਿ ਇੱਥੇ ਡਾਇਰੈਕਟ ਚਾਹੇ ਇੰਡੀਆ ਤੋਂ ਤਾਂ ਵਰਕ ਪਰਮਿਟ ਹੋਣ ਦੇ ਚਾਂਸ ਵੈਸੇ ਹੀ ਨਿਲ ਹੁੰਦੇ ਨੇ, ਆਲਮੋਸਟ ਨਾ ਬਰਾਬਰ ਹੀ ਹੁੰਦੇ ਨੇ। ਬਹੁਤ ਘੱਟ ਲੋਕਾਂ ਦੇ ਇੰਡੀਅਨ ਐਕਸਪੀਰੀਅੰਸ 'ਤੇ ਕੋਈ ਵਰਕ ਪਰਮਿਟ ਮਿਲਦਾ, ਬਹੁਤ ਘੱਟ ਲੋਕ ਹੁੰਦੇ, ਬਹੁਤ ਘੱਟ। ਸੋ ਕਿਸੇ ਵੀ ਵਰਕ ਪਰਮਿਟ ਵਾਸਤੇ ਮੋਸਟਲੀ 2 ਸਾਲ ਦਾ, ਓਵਰਸੀਜ਼ ਬਾਹਰ ਦੀ ਕਿਸੇ ਕੰਟਰੀ ਦਾ 2 ਸਾਲ ਦਾ ਐਕਸਪੀਰੀਅੰਸ ਰਿਕੁਆਇਰਡ ਹੁੰਦਾ। ਇਸੇ ਕਰਕੇ ਸਾਰੇ ਲੋਕ ਇੰਡੀਆ ਤੋਂ ਬਾਹਰ ਜਾ ਕੇ ਗਲਫ ਕੰਟਰੀਆਂ 'ਚ ਆਪਣਾ ਐਕਸਪੀਰੀਅੰਸ ਗੇਨ ਕਰਦੇ ਆ, ਕਿਉਂਕਿ ਗਲਫ ਕੰਟਰੀਆਂ ਦੇ ਐਕਸਪੀਰੀਅੰਸ ਦੀ ਬਹੁਤ ਜ਼ਿਆਦਾ ਵੈਲਿਊ ਹੈ। ਔਰ ਇੱਕ ਚੀਜ਼ ਮੈਂ ਨਾਲ ਹੋਰ ਕਲੀਅਰ ਕਰਦਾ ਕਿ ਜਿਹੜੇ ਵੀਰਾਂ ਨੂੰ ਇਹ ਲੱਗਦਾ ਹੈ ਕਿ ਦੁਬਈ ਦੇ ਲਾਇਸੈਂਸ ਦੀ ਵੈਲਿਊ ਹੈ ਅਤੇ ਬਾਕੀ ਲਾਇਸੈਂਸਾਂ ਦੀ ਵੈਲਿਊ ਨਹੀਂ ਹੈ, ਐਸਾ ਬਿਲਕੁਲ ਨਹੀਂ ਹੈ। ਜਿੰਨੀਆਂ ਵੀ ਅਰਬ ਕੰਟਰੀਆਂ ਨੇ, ਚਾਹੇ ਉਹ ਸਾਊਦੀ ਅਰਬ ਹੈ, ਚਾਹੇ ਓਮਾਨ ਹੈ, ਕਤਰ ਹੈ, ਕੁਵੈਤ ਹੈ, ਜਿੰਨੀਆਂ ਵੀ ਅਰਬ ਕੰਟਰੀਆਂ ਨੇ, ਸਾਰਿਆਂ ਦੇ ਲਾਇਸੈਂਸ ਦੀ ਵੈਲਿਊ
101% ਸੇਮ ਹੈ, ਕਿਸੇ ਦੀ ਘੱਟ ਵੱਧ ਨਹੀਂ ਹੈ। ਜਿੰਨੀ ਵੀ GCC ਕੰਟਰੀਜ਼ ਹੈਗੀਆਂ ਨੇ ਉਹ ਸਾਰਿਆਂ ਦੇ ਲਾਇਸੈਂਸ ਦੀ ਵੈਲਿਊ ਸੇਮ ਹੈ। ਤੁਸੀਂ ਕਿਸੇ ਕੰਟਰੀ ਚਾਹੇ ਤੁਹਾਡੇ ਕੋਲ ਓਮਾਨ ਦਾ ਹੈਗਾ, ਕੁਵੈਤ ਦਾ, ਕਤਰ ਦਾ, ਸਾਊਦੀ ਦਾ, ਕਿਤੇ ਦਾ ਵੀ ਲਾਇਸੈਂਸ ਹੈ, ਉਹ ਤੁਹਾਡੇ ਵਾਸਤੇ ਉਹ ਇੱਕੋ ਬਰਾਬਰ ਹੈ। ਸੋ ਉਹਦੇ ਬਾਰੇ ਸੋਚਣ ਦੀ ਲੋੜ ਨਹੀਂ ਹੈ। ਲੇਕਿਨ ਜਿਹੜੀਆਂ ਬਾਕੀ ਚੀਜ਼ਾਂ ਦੱਸੀਆਂ ਨੇ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਫਿਰ ਕੁਝ ਫਾਇਦਾ ਹੈ। ਸੋ ਅੱਜ ਦਾ ਵੀਡੀਓ ਬਣਾਉਣ ਦਾ ਮਕਸਦ ਜੋ ਸੀਗਾ ਉਹ ਆਪਰੇਟਰ ਵੀਰਾਂ ਨੂੰ ਸਤਰਕ ਕਰਨਾ ਸੀ, ਔਰ ਉਮੀਦ ਹੈ ਕਿ ਇਹ ਵੀਡੀਓ ਦੇਖ ਕੇ ਕਈ ਵੀਰ ਬਚਣਗੇ। ਤੇ ਅਗਰ ਕੋਈ ਇੱਕ ਵੀਰ ਵੀ ਜੋ ਹੈ ਉਹ ਮਤਲਬ ਕਿਸੇ ਏਜੰਟ ਦੇ ਹੱਥੇ ਚੜਨ ਤੋਂ ਬਚ ਗਿਆ ਇਹ ਵੀਡੀਓ ਦੇਖ ਕੇ, ਤੇ ਜੋ ਇਹ ਵੀਡੀਓ ਬਣਾਉਣਾ ਹੈ ਉਹ ਆਪਣਾ ਜੋ ਹੈ ਉਹ ਸਫਲ ਹੋ ਜਾਏਗਾ। ਸੋ ਤੁਹਾਡੇ ਹੋਰ ਕੋਈ ਕੁਐਸਚਨ ਹੋਣ ਇਸ ਤੋਂ ਰਿਲੇਟਿਡ, ਜਾਂ ਕੋਈ ਤੁਹਾਡਾ ਕੋਈ ਵੀਰ ਇੱਥੇ ਐਜ਼ ਏ ਆਪਰੇਟਰ ਆਇਆ ਹੋਵੇ ਤੇ ਤੁਸੀਂ ਮੈਨੂੰ ਉਹਦਾ ਨੰਬਰ ਦਿਓ, ਮੈਂ ਵੀ ਗੱਲ ਕਰਕੇ ਦੇਖਾਂਗਾ ਵੀ ਕਦੋਂ ਆਇਆ ਤੇ ਕਿੱਦਾਂ ਆਇਆ। ਸੋ ਹੋਰ ਤੁਹਾਡਾ ਕੋਈ ਕੁਐਸਚਨ ਹੋਵੇ ਤੇ ਤੁਸੀਂ ਨੀਚੇ ਕਮੈਂਟ ਸੈਕਸ਼ਨ ਛੱਡ ਸਕਦੇ ਹੋ। ਔਰ ਬਾਕੀ ਨੈਕਸਟ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜੋ ਪੋਲੀਟੀਕਲ ਅਸਾਈਲਮ ਜੋ ਲੋਕ ਇੱਥੇ ਲੈਂਦੇ ਆ ਜਾਂ ਲੈਣਾ ਚਾਹੁੰਦੇ ਆ ਉਹ ਕੌਣ ਲੋਕ ਹੁੰਦੇ ਆ, ਉਹ ਕਿੱਦਾਂ ਅਪਲਾਈ ਕਰਦੇ ਆ, ਕਰ ਸਕਦੇ ਆ, ਨਹੀਂ ਕਰ ਸਕਦੇ, ਕਿੱਥੋਂ ਕਰ ਸਕਦੇ ਆ, ਕਰਨੀ ਚਾਹੀਦੀ ਹੈ, ਨਹੀਂ ਕਰਨੀ ਚਾਹੀਦੀ, ਅਸਾਈਲਮ ਦਾ ਕੇਸ ਹੁੰਦਾ ਹੈ, ਨਹੀਂ ਹੁੰਦਾ, ਉਹਨਾਂ ਚੀਜ਼ਾਂ ਬਾਰੇ ਜੋ ਇੱਕ ਜਨਰਲ ਆਈਡੀਆ ਹੈ ਉਹ ਆਪਾਂ ਹੋਪਫੁਲੀ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇਗਾ। ਤੇ ਬਾਕੀ ਵਾਹਿਗੁਰੂ ਮਿਹਰ ਕਰੇ, ਸਾਰੇ ਚੜ੍ਹਦੀ ਕਲਾ 'ਚ ਰਹੋ। ਜੋ ਲੋਕ ਗਰੁੱਪ ਦੇ ਵਿੱਚ, ਸਾਡਾ ਜਿਹੜਾ ਗਰੁੱਪ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਉਹਦੇ ਵਿੱਚ ਐਡ ਹੋਣਾ ਚਾਹੁੰਦੇ ਨੇ, ਫਸਟ ਆਫ ਆਲ ਉਹ ਆਪਾਂ ਕਿਸੇ ਹੋਰ ਕੰਟਰੀ ਦੇ ਬੰਦੇ ਨੂੰ ਐਡ ਨਹੀਂ ਕਰਦੇ। ਬਹੁਤ ਦੂਸਰੀ ਕੰਟਰੀਆਂ ਦੇ ਵੀਰਾਂ ਦੇ ਆਪਾਂ ਨੂੰ ਮੈਸੇजेस ਆਉਂਦੇ ਰਹਿੰਦੇ ਨੇ, ਲੇਕਿਨ ਆਪਾਂ ਕਿਸੇ ਵੀ ਹੋਰ ਕੰਟਰੀ ਦੇ ਵੀਰ ਨੂੰ ਆਪਾਂ ਐਡ ਨਹੀਂ ਕਰਦੇ। ਉਹਦੇ ਕਈ ਰੀਜ਼ਨ ਨੇ, ਠੀਕ ਹੈ ਨਾ, ਉਹ ਤੁਸੀਂ ਗਰੁੱਪ 'ਚ ਆਓਗੇ ਤੁਹਾਨੂੰ ਪਤਾ ਲੱਗ ਜਾਏਗਾ। ਸੋ ਗਰੁੱਪ ਦੇ ਵਿੱਚ ਫੋਟੋ ਵੀਡੀਓ ਪਾਉਣਾ ਔਰ ਕਿਸੇ ਵੀ ਮਜ਼ਹਬ ਦੇ ਰਿਲੇਟਿਡ ਗੱਲ ਕਰਨਾ ਸਖਤ ਮਨਾ ਹੈ, ਨਹੀਂ ਤਾਂ ਗਰੁੱਪ ਦੇ ਵਿੱਚੋਂ 101% ਆਊਟ ਕੀਤਾ ਜਾਏਗਾ। ਔਰ ਤੁਸੀਂ ਪਿਆਰ ਮੁਹੱਬਤ ਨਾਲ ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ, ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, 20-25 ਕੰਟਰੀਆਂ ਦੇ ਮੁੰਡੇ ਉਸ ਗਰੁੱਪ ਦੇ ਵਿੱਚ ਐਡ ਨੇ ਜਿਹੜੇ ਹਮੇਸ਼ਾ ਇੱਕ ਦੂਜੇ ਦੀ ਹੈਲਪ ਕਰਦੇ ਰਹਿੰਦੇ ਨੇ। ਸੋ ਜੋ ਮੇਰਾ WhatsApp ਦਾ ਨੰਬਰ ਹੈ 001360220547 ਇਹਦੇ ਤੇ ਤੁਸੀਂ ਇੱਕ WhatsApp ਦਾ ਮੈਸੇਜ ਡ੍ਰੌਪ ਕਰ ਦਿਓ, ਮੈਂ ਤੁਹਾਨੂੰ ਲਿੰਕ ਸੈਂਡ ਕਰ ਦੇਵਾਂਗਾ। ਬਟ ਗਰੁੱਪ ਜਿਹੜਾ ਉਹ ਸਿਰਫ ਇੰਡੀਅਨਸ ਵਾਸਤੇ, ਮੈਂ ਫਿਰ ਦੱਸ ਰਿਹਾ, ਕੋਈ ਵੀ ਹੋਰ ਕੰਟਰੀ ਦਾ ਵੀਰ ਬਾਰ-ਬਾਰ ਮੈਸੇਜ ਨਾ ਕਰੇ ਮੈਨੂੰ ਐਡ ਕਰ ਲਓ ਜੀ, ਮੈਨੂੰ ਐਡ ਕਰ ਲਓ ਪਲੀਜ਼, ਠੀਕ ਹੈ। ਆਲਰੇਡੀ ਅਸੀਂ ਗਰੁੱਪ ਦੇ ਵਿੱਚ 38-3900 ਵੀਰ ਹੈਗੇ ਆ ਔਰ ਸਾਰੇ ਇੱਕ ਦੂਜੇ ਦੀ ਹੈਲਪ ਕਰਦੇ ਆ। ਜਿਹੜੇ ਨਵੇਂ ਵੀਰ ਐਡ ਹੁੰਦੇ ਨੇ ਉਹਨਾਂ ਨੂੰ, ਜਿਹੜੇ ਸੀਨੀਅਰ ਵੀਰ ਨੇ, ਪੁਰਾਣੇ ਵੀਰ ਨੇ, ਉਹ ਸਾਰੇ ਅਲੱਗ-ਅਲੱਗ ਕੰਟਰੀਆਂ ਤੋਂ ਐਕਸਪਲੇਨ ਕਰਦੇ ਨੇ, ਦੱਸਦੇ ਨੇ ਕਿਹੜੀ ਕੰਟਰੀ 'ਚ ਕਿੱਥੇ ਇਸ ਟਾਈਮ ਵੈਕੈਂਸੀ ਹੈਗੀ ਹੈ, ਕਿੱਥੇ ਤੁਸੀਂ ਜਾ ਸਕਦੇ ਹੋ, ਕਿੱਥੇ ਲਾਇਸੈਂਸ ਬਣਾ ਸਕਦੇ ਹੋ, ਕਿੱਥੇ ਲਾਇਸੈਂਸ ਬਣਾਉਣਾ ਜੋ ਹੈ ਉਹ ਮਤਲਬ ਠੀਕ ਹੈ। ਔਰ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਜਿਹੜੇ ਲੋਕ ਕਿਸੇ ਅਰਬ ਕੰਟਰੀ ਦੇ ਵਿੱਚ ਜਾ ਕੇ ਟਰਾਲੇ ਦਾ ਲਾਇਸੈਂਸ ਬਣਾਉਣਾ ਚਾਹੁੰਦੇ ਨੇ ਉਹ ਦੁਬਈ, ਆਬੂ ਧਾਬੀ ਬਿਲਕੁਲ ਨਾ ਜਾਣ, ਠੀਕ ਹੈ ਜੀ। ਇੱਕ ਤਾਂ ਉੱਥੇ ਜਦ ਤੱਕ ਤੁਸੀਂ 2 ਸਾਲ ਤੁਹਾਡਾ ਐਕਸਪੀਰੀਅੰਸ ਨਹੀਂ ਹੁੰਦਾ ਉਸ ਤੋਂ ਪਹਿਲਾਂ ਤੁਹਾਨੂੰ ਉੱਥੇ ਜੋਬ ਮਿਲਣ ਦਾ ਚਾਂਸਿਸ ਬੜੇ ਘੱਟ ਨੇ। ਦੂਸਰਾ, ਇਸ ਟਾਈਮ ਰਿਸੈਸ਼ਨ ਚੱਲਦੀ ਪਈ ਹੈ ਪੈਂਡੈਮਿਕ ਕਰਕੇ, ਬਿਮਾਰੀ ਕਰਕੇ। ਔਰ ਤੀਸਰਾ ਇਹ ਹੈ ਕਿ ਦੁਬਈ, ਆਬੂ ਧਾਬੀ ਦੇ ਵਿੱਚ ਲਾਇਸੈਂਸ ਸਭ ਤੋਂ ਜ਼ਿਆਦਾ ਮਹਿੰਗਾ ਬਣਦਾ, ਠੀਕ ਹੈ। ਸੋ ਇਸ ਕਰਕੇ ਜੇ ਤੁਸੀਂ ਸਾਊਦੀ ਜਾ ਕੇ ਵੀ ਲਾਇਸੈਂਸ ਲੈ ਲੈਂਦੇ ਹੋ ਤਾਂ ਉਹਦੀ ਵੈਲਿਊ ਓਨੀ ਹੈ ਜਿੰਨੀ ਤੁਸੀਂ ਦੁਬਈ ਦੇ ਵਿੱਚ 5-7 ਲੱਖ ਰੁਪਏ ਲਾਣਾ। ਸੋ ਉਹਦਾ ਕੋਈ ਫਾਇਦਾ ਨਹੀਂ ਹੈ। ਕਿਸੇ ਵੀ ਹੋਰ ਅਰਬ ਕੰਟਰੀ ਜਾ ਕੇ ਤੁਸੀਂ ਆਪਣਾ ਲਾਇਸੈਂਸ ਬਣਾ ਲਓ ਬਜਾਏ ਕਿ ਦੁਬਈ, ਆਬੂ ਧਾਬੀ ਦੇ। ਔਰ ਉਹਦੇ ਬਾਅਦ ਤੁਸੀਂ ਆਪਣਾ ਐਕਸਪੀਰੀਅੰਸ ਪੂਰਾ ਕਰਕੇ ਡਾਇਰੈਕਟ ਕੈਨੇਡਾ ਤੋਂ ਵੀ ਏਜੰਟ ਹਾਇਰ ਕਰਕੇ ਤੁਸੀਂ ਫਾਈਲ ਲਗਾ ਸਕਦੇ ਹੋ। ਤੇ ਕੋਈ ਹੋਰ ਤੁਹਾਡਾ ਕੁਐਸਚਨ ਹੋਏ ਤਾਂ ਤੁਸੀਂ ਨੀਚੇ ਕਮੈਂਟ ਬਾਕਸ ਕਰ ਸਕਦੇ ਹੋ। ਸੋ ਜਦੋਂ ਵੀ ਟਾਈਮ ਮਿਲੇਗਾ ਮੈਂ ਜ਼ਰੂਰ ਆਨਸਰ ਕਰਾਂਗਾ। ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ। ਔਰ ਲਾਸਟ ਦੇ ਵਿੱਚ ਗਰੁੱਪ ਵਾਲੇ ਸਾਰੇ ਵੀਰ ਅਸੀਂ ਅਕਸਰ ਮਿਲ ਕੇ ਕੋਈ ਨਾ ਕੋਈ ਜੋ ਹੈ ਉਹ ਸਮਾਜ ਸੇਵਾ ਦਾ ਕੰਮ ਕਰਦੇ ਰਹਿੰਦੇ ਹਾਂ। ਇਸ ਟਾਈਮ ਗੁਰਕਿਰਪਾ ਨਿਵਾਸ 4 ਦਾ ਕੰਮ ਚੱਲ ਰਿਹਾ, ਜਿਹਦੇ ਵਿੱਚ ਅਸੀਂ ਇੱਕ ਮੁਸਲਮਾਨ ਭੈਣ ਨੂੰ ਘਰ ਬਣਾ ਕੇ ਦੇ ਰਹੇ ਹਾਂ। ਸੋ ਲੈਂਟਰ ਵਗੈਰਾ ਹੋਰ 3-4 ਦਿਨਾਂ ਤੱਕ ਖੁੱਲ੍ਹਣੇ ਵਾਲਾ ਹੈ। ਉਸ ਤੋਂ ਬਾਅਦ ਅਗਲੀ ਜੋ ਕਾਰਵਾਈ ਹੈ, ਪਲਸਟਰ ਵਗੈਰਾ ਹੋਣਾ ਹੈ, ਬਾਕੀ ਘਰ ਦਾ ਕੰਮ ਹੋਣਾ, ਉਹ ਸਾਰਾ ਜੋ ਹੈ ਉਹ ਅੱਗੋਂ ਚੱਲਦਾ ਰਹੇਗਾ। ਸੋ ਜਿਹੜੇ ਵੀਰ ਸੇਵਾ ਕਰਨਾ ਚਾਹੁੰਦੇ ਨੇ ਉਹ ਜੋ ਗਰੁੱਪ 'ਤੇ ਸਕਰੀਨ 'ਤੇ ਇਸ ਟਾਈਮ ਤੁਹਾਨੂੰ ਅਕਾਊਂਟ ਨੰਬਰ ਨਜ਼ਰ ਆ ਰਿਹਾ, ਇਹ ਸਾਡੇ ਗਰੁੱਪ ਦੇ ਖਜ਼ਾਨਚੀ ਸਾਹਿਬ ਜੀ ਦਾ, ਹਰਭਜਨ ਸਿੰਘ ਜੀ ਦਾ, ਤੇ ਉਹ ਸੇਵਾ ਕਰ ਸਕਦੇ ਨੇ। ਗਰੁੱਪ ਦੇ ਵਿੱਚ ਐਡ ਹੋਣਾ ਚਾਹੁੰਦੇ ਹੋ, ਤੁਹਾਨੂੰ ਮੈਂ ਗਰੁੱਪ ਦਾ ਦੱਸ ਦਿੱਤਾ ਹੈ ਕਿ ਤੁਸੀਂ ਮੈਨੂੰ WhatsApp ਦੇ ਨੰਬਰ 'ਤੇ ਮੈਸੇਜ ਕਰੋ, ਮੈਂ ਤੁਹਾਨੂੰ ਲਿੰਕ ਸੈਂਡ ਕਰ ਦਾਂਗਾ। ਟੈਲੀਗ੍ਰਾਮ ਐਪਲੀਕੇਸ਼ਨ ਪਹਿਲਾਂ ਡਾਊਨਲੋਡ ਕਰ ਲੈਣੀ ਹੈ, ਤਾਂ ਹੀ ਉਹ ਲਿੰਕ ਖੁੱਲ੍ਹੇਗਾ ਔਰ ਤੁਸੀਂ ਸਿੱਧਾ ਗਰੁੱਪ ਦੇ ਵਿੱਚ ਆ ਜਾਓਗੇ। ਗਰੁੱਪ ਦੇ ਵਿੱਚ ਕੋਈ ਵੀ ਫੋਟੋ ਵੀਡੀਓ ਨਹੀਂ ਪਾਉਣੀ ਔਰ ਕੋਈ ਵੀ ਰਿਲੀਜੀਅਸ ਗੱਲਬਾਤ, ਕੋਈ ਮਤਲਬ ਧਾਰਮਿਕ ਮੁੱਦਾ ਕੋਈ ਵੀ ਡਿਸਕਸ ਨਹੀਂ ਕਰਨਾ। ਅੱਜ ਦੀ ਡੇਟ 'ਚ ਜੋ ਦੇਸ਼ ਭਗਤੀ ਹੈ ਉਹ ਇਹੀ ਹੈ ਕਿ ਕਿਸੇ ਬੇਰੁਜ਼ਗਾਰ ਨੂੰ ਕੰਮ 'ਤੇ ਲਵਾਓ, ਠੀਕ ਹੈ ਨਾ ਜੀ। ਅਤੇ ਕਿਉਂਕਿ ਅੱਜ ਕੱਲ੍ਹ ਕੋਈ ਸਰਹੱਦ 'ਤੇ ਜਾਂ ਬਾਰਡਰ 'ਤੇ ਕੋਈ ਜੰਗ ਤਾਂ ਚੱਲਦੀ ਨਹੀਂ ਪਈ। ਅੱਜ ਦੀ ਡੇਟ 'ਚ ਅਸਲ ਦੇਸ਼ ਭਗਤੀ ਉਹੀ ਹੈ ਕਿ ਜਿਹੜਾ ਵਿਚਾਰਾ ਉੱਥੇ ਧੱਕੇ ਖਾ ਰਿਹਾ ਉਹਨੂੰ ਕਿਤੇ ਕੰਮ 'ਤੇ ਲਗਵਾ ਦਿਓ, ਉਹ ਜ਼ਿਆਦਾ ਵਧੀਆ। ਸੋ ਵਾਹਿਗੁਰੂ ਮਿਹਰ ਕਰੇ।
ਤੇ ਸਾਰੇ ਵੀਰ ਅਸੀਂ ਮਿਲ ਜੁਲ ਕੇ ਇਹੋ ਜਿਹੇ ਕੰਮ ਕਰਦੇ ਰਹਿੰਦੇ ਆ। ਸੋ ਜਿਹੜੇ ਵੀਰ ਸਹੀ ਸੋਚ ਵਾਲੇ ਜੁੜਨਾ ਚਾਹੁੰਦੇ ਨੇ ਉਹ ਜ਼ਰੂਰ ਜੁੜਨ। ਜਿਹੜੇ ਬਸ ਮਤਲਬ ਇੱਧਰ ਉੱਧਰ ਦੀਆਂ ਗੱਲਾਂ ਮਾਰਨੀਆਂ ਨੇ ਜਿੱਦਾਂ ਆਪਾਂ ਆਮ ਗਰੁੱਪਾਂ ਦੇ ਵਿੱਚ ਮਾਰਦੇ ਹਾਂ, ਇਹ ਉਹੋ ਜਿਹਾ ਗਰੁੱਪ ਨਹੀਂ ਹੈ ਜਿੱਥੇ ਆਪਾਂ ਜਬਲੀਆਂ ਮਾਰੀਏ। ਇਹ ਉਹੋ ਜਿਹਾ ਗਰੁੱਪ ਬਿਲਕੁਲ ਨਹੀਂ ਹੈ। ਸੋ ਬਿਲਕੁਲ ਜੁਆਇਨ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਗਰੁੱਪ ਦੇ ਵਿੱਚ ਉਹੀ ਲੋਕ ਆਉਣ ਜਿਹੜੇ ਬਿਲਕੁਲ ਨਾਈਸ, ਡੀਸੈਂਟ, ਸਿੰਸੀਅਰ ਨੇ, ਜਿਹੜੇ ਜੀ ਕਰਕੇ ਗੱਲ ਕਰ ਸਕਦੇ ਆ, ਜਿਹੜੇ ਮਦਦ ਕਰਨ ਵਾਸਤੇ ਤਿਆਰ ਰਹਿ ਸਕਦੇ ਆ। ਕਿਉਂਕਿ ਮਦਦ ਜਿਹੜੀ ਉਹ ਸਿਰਫ ਲੈਣ ਦੀ ਚੀਜ਼ ਨਹੀਂ ਹੁੰਦੀ। ਜਦੋਂ ਜ਼ਰੂਰਤ ਪਵੇਗਾ, ਜਦੋਂ ਤੁਹਾਨੂੰ ਪਰਮਾਤਮਾ ਇਸ ਲਾਇਕ ਬਣਾਵੇ ਕਿ ਤੁਸੀਂ ਕਿਸੇ ਦੇ ਕੰਮ ਆ ਸਕੋ, ਤੇ ਤੁਹਾਨੂੰ ਮਦਦ ਕਰਨੀ ਵੀ ਪੈਣੀ ਹੈ ਔਰ ਮਦਦ ਕਰਨੀ ਵੀ ਚਾਹੀਦੀ ਹੈ। ਠੀਕ ਹੈ ਜੀ। ਸੋ ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਗੁਰੂ ਮਹਾਰਾਜ ਮਿਹਰ ਕਰੇ, ਆਪ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ।